ਤੁਸੀਂ ਸੁਣ ਰਹੇ ਹੋ ਵਿਚਾਰ ਚਰਚਾ ਵਿਦ ਜਸਵਿੰਦਰ ਦਿਲਾਵਰੀ ਓਨਲੀ ਔਨ ਰੇਡੀਓ ਇੰਡੀਆ KRPA 1110 AM ਤੇ। ਰੇਡੀਓ ਇੰਡੀਆ KRPA 1110 AM ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਤੁਹਾਡੇ ਦੋਸਤ ਜਸਵਿੰਦਰ ਸਿੰਘ ਦਿਲਾਵਰੀ ਵੱਲੋਂ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਦੋਸਤੋ, ਅਸੀਂ ਜਿਹੜਾ ਹੈ ਸੰਪਰਕ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰਮਜੀਤ ਸਿੰਘ ਗਾਜੀ ਦੇ ਨਾਲ, ਔਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ। ਦੋਸਤੋ, ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਸਾਡੇ ਅੱਜ ਦੇ ਪ੍ਰੋਗਰਾਮ ਦੇ ਮਹਿਮਾਨ ਸਰਦਾਰ ਪਰਮਜੀਤ ਸਿੰਘ ਗਾਜੀ। ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਹੀ ਮੈਂ ਦੱਸ ਚੁੱਕਾ ਕਿ ਸਰਦਾਰ ਪਰਮਜੀਤ ਸਿੰਘ ਗਾਜੀ ਸਿੱਖ ਸਟੂਡੈਂਟ ਫੈਡਰੇਸ਼ਨ ਬਿੱਟੂ ਦੇ ਪ੍ਰਧਾਨ ਰਹੇ ਨੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਟੂਡੈਂਟ ਰਹੇ ਨੇ, ਔਰ ਅੱਜ ਕੱਲ ਉਹ ਸਿੱਖ ਸਿਆਸਤ ਆਨਲਾਈਨ ਜਿਹੜਾ ਨਿਊਜ਼ ਪੋਰਟਲ ਹੈ ਉਹਦੇ ਐਡੀਟਰ ਦੇ ਤੌਰ ਤੇ ਸੇਵਾ ਨਿਭਾ ਰਹੇ ਨੇ। ਸਰਦਾਰ ਪਰਮਜੀਤ ਸਿੰਘ ਗਾਜੀ ਰੇਡੀਓ ਇੰਡੀਆ KRPA 1110 AM ਦੀ ਸਮੁੱਚੀ ਟੀਮ ਵੱਲੋਂ ਔਰ ਸੁਣਨ ਵਾਲੇ ਸਾਰੇ ਸਰੋਤਿਆਂ ਵੱਲੋਂ ਪ੍ਰੋਗਰਾਮ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ। ਗਾਜੀ ਸਾਹਿਬ, ਤੁਹਾਨੂੰ ਅੱਜ ਜਿਸ ਮੁੱਦੇ ਦੇ ਉੱਪਰ ਅਸੀਂ ਗੱਲਬਾਤ ਕਰਨ ਦੇ ਲਈ ਇਨਵਾਈਟ ਕੀਤਾ ਹੈ, ਉਹ ਵਿਸ਼ਾ ਇਹ ਹੈ ਕਿ BBC ਦੇ ਵੱਲੋਂ ਜਿਹੜੀ ਕਿ ਦੁਨੀਆ ਦੀ ਇੱਕ ਵਾਹਦ ਨਿਊਜ਼ ਏਜੰਸੀ ਹੈ, ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਗਈ ਹੈ। ਉਹਦੇ ਵਿੱਚ ਉਹਨਾਂ ਨੇ ਅਜਿਹੇ 80 ਫੇਕ ਸੋਸ਼ਲ ਮੀਡੀਆ ਅਕਾਊਂਟਾਂ ਬਾਰੇ ਗੱਲਬਾਤ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਇਹ ਜਿਹੜੇ 80 ਸੋਸ਼ਲ ਮੀਡੀਆ ਦੇ ਫੇਕ ਅਕਾਊਂਟ ਨੇ, ਇਹਨਾਂ ਨੂੰ ਸਿਰਫ ਇਸ ਲਈ ਬਣਾਇਆ ਗਿਆ ਸੀ ਕਿ ਸਿੱਖਾਂ ਬਾਰੇ ਜਿਹੜੀ ਹੈ ਨਫ਼ਰਤ ਫੈਲਾਈ ਜਾਵੇ ਔਰ ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ ਜਾਵੇ, ਉਹਨਾਂ ਨੂੰ ਇੱਕ ਨੈਗੇਟਿਵ ਕਨਸੈਪਟ ਦੇ ਤੌਰ ਤੇ ਪੇਸ਼ ਕੀਤਾ ਜਾਵੇ। ਸੋ ਕੀ ਕਹਿੰਦੇ ਹੋ ਤੁਸੀਂ ਇਸ ਦੇ ਬਾਰੇ? ਦੇਖੋ, ਇਸ ਦੇ ਸੰਬੰਧ ਦੇ ਵਿੱਚ ਤਕਰੀਬਨ 3 ਸਾਲ ਪਹਿਲਾਂ ਵੀ ਕਾਫੀ ਜ਼ਿਆਦਾ ਇੰਡੀਆ ਦੇ ਵਿੱਚ ਰੌਲਾ ਪਿਆ ਸੀਗਾ ਕਿ ਗਵਰਨਮੈਂਟ ਇੱਕ ਸੋਸ਼ਲ ਮੀਡੀਆ ਨੈਟਵਰਕਿੰਗ ਹੱਬ ਜਿਹੜੀ ਹੈ ਉਹ ਬਣਾਉਣ ਦਾ ਵਿਚਾਰ ਆਇਆ ਸੀਗਾ ਜੀ। ਤੇ ਉਹ ਮਸਲਾ ਜਿਹੜਾ ਆ ਉਹ ਮਤਲਬ ਬਾਅਦ ਦੇ ਵਿੱਚ ਅਦਾਲਤ ਦੇ ਵਿੱਚ ਵੀ ਗਿਆ, ਔਰ ਜਿੰਨੇ ਪ੍ਰਾਈਵੇਸੀ ਨਾਲ ਸੰਬੰਧਿਤ ਜਾਂ ਮਨੁੱਖੀ ਅਧਿਕਾਰਾਂ ਦੇ ਨਾਲ ਸੰਬੰਧਿਤ ਲੋਕ ਸੀਗੇ, ਉਹਨਾਂ ਨੇ ਰੌਲਾ ਵੀ ਪਾਇਆ ਕਿ ਇਸ ਤਰ੍ਹਾਂ ਦਾ ਜਿਹੜਾ ਇੱਕ ਪਲਾਨ ਹੈਗਾ ਆ, ਇਹਦਾ ਜਿਹੜਾ ਗਲਤ ਇਸਤੇਮਾਲ ਆ ਉਹ ਹੋਣ ਦੇ ਆਸਾਰ ਬਹੁਤ ਜ਼ਿਆਦਾ ਹੈਗੇ ਆ। ਕਿਉਂਕਿ ਉਦੋਂ ਗਵਰਨਮੈਂਟ ਦੇ ਵੱਲੋਂ ਇਹ ਪਲੈਨਿੰਗ ਸੀਗੀ ਕਿ ਇਸ ਤਰ੍ਹਾਂ ਦੀ ਹੱਬ ਬਣਾਈ ਜਾਊਗੀ ਜਿੱਥੇ ਸੋਸ਼ਲ ਮੀਡੀਆ ਦੇ ਉੱਪਰ ਜੋ ਵੀ ਬਿਰਤਾਂਤ ਚੱਲ ਰਿਹਾ ਹੋਊਗਾ ਉਹਦੀ ਸਾਰੀ ਪ੍ਰੋਫਾਈਲਿੰਗ ਹੋਊਗੀ, ਉਹਦੇ ਮੁਤਾਬਕ ਬੰਦਿਆਂ ਦੀ ਪ੍ਰੋਫਾਈਲਿੰਗ ਹੋਊਗੀ ਕਿ ਇਸ ਤਰ੍ਹਾਂ ਦੇ ਇਸ਼ੂ ਉੱਭਰ ਰਹੇ ਆ। ਇਹ ਸਰਕਾਰ ਆਪਣੇ ਨੈਰੇਟਿਵ ਨੂੰ ਪੁਸ਼ ਕਰਨ ਦੇ ਵਾਸਤੇ ਜਾਂ ਆਪਣੇ ਬਿਰਤਾਂਤ ਨੂੰ ਲੋਕਾਂ ਦੇ ਵਿੱਚ ਧੱਕਣ ਦੇ ਵਾਸਤੇ ਉਹਦੇ ਉੱਪਰ ਬਕਾਇਦਾ ਟੀਮਾਂ ਲਾ ਕੇ ਕੰਮ ਕਰੂਗੀ। ਸੋ ਜਿਸ ਤਰੀਕੇ ਦੇ ਨਾਲ ਹੁਣ ਇਹ ਰਿਪੋਰਟ ਆਈ ਹੈ, ਜਿਹੜੀ ਕਿ ਹੁਣ ਜਨਤਕ ਕਰ ਦਿੱਤੀ ਗਈ, ਕੱਲ ਸਿਰਫ BBC ਨਾਲ ਸਾਂਝੀ ਕੀਤੀ ਗਈ ਸੀ, ਜਿਹਦੇ ਆਧਾਰ ਦੇ ਉੱਪਰ ਉਹਨਾਂ ਨੇ ਇਹ ਖਬਰ ਜਿਹੜੀ ਆ ਉਹ ਨਸ਼ਰ ਕੀਤੀ ਸੀਗੀ, ਉਹਦੇ ਵਿੱਚ ਜਿਸ ਤਰ੍ਹਾਂ ਦਾ ਵਰਤਾਰਾ ਸਾਹਮਣੇ ਆ ਰਿਹਾ ਆ, ਜੇਕਰ ਆਪਾਂ ਉਹ ਪੂਰੀ ਇਕੱਲੀ ਖਬਰ ਹੀ ਨਹੀਂ, ਜਿਹੜੀ ਉਹਦੇ ਨਾਲ ਸੰਬੰਧਿਤ ਰਿਪੋਰਟ ਹੈਗੀ ਆ ਪਿਛਲੇ ਉਹਦੇ ਪਿੱਛੇ ਜਿਹਦੇ ਆਧਾਰ ਦੇ ਉੱਪਰ ਇਹ ਖਬਰ ਲੱਗੀ ਆ, ਜਦੋਂ ਉਹਨੂੰ ਪੜ੍ਹੀਏ ਇਹ ਗੱਲ ਸਾਹਮਣੇ ਆ ਜਾਂਦੀ ਕਿ ਬਿਲਕੁਲ ਉਸੇ ਤਰ੍ਹਾਂ ਦੀ ਹੀ ਗੱਲ ਹੈਗੀ ਆ ਜਿਹੜੀ 3 ਸਾਲ ਪਹਿਲਾਂ ਇੱਕ ਪਲਾਨ ਦੇ ਰੂਪ ਦੇ ਵਿੱਚ ਸਾਹਮਣੇ ਆਈ ਸੀਗੀ, ਤੇ ਜਿਹਦੇ 'ਚ ਇੰਡੀਆ 'ਚ ਕਾਫੀ ਰੌਲਾ ਪੈਣ ਤੋਂ ਬਾਅਦ ਗਵਰਨਮੈਂਟ ਨੇ ਕਹਿ ਦਿੱਤਾ ਸੀ ਕਿ ਅਸੀਂ ਇਹਨੂੰ ਇਸ ਵਿਚਾਰ ਨੂੰ ਬੰਦ ਕਰ ਦਿੱਤਾ, ਇਹਨੂੰ ਰੋਕ ਦਿੱਤਾ ਆ। ਹਾਲਾਂਕਿ ਜਿਹੜੀ ਹੁਣ ਵੀ ਰਿਪੋਰਟ ਆਈ ਹੈ ਸੈਂਟਰ ਫਾਰ ਇਨਫੋਰਮੇਸ਼ਨ ਰਿਸਰਚ ਦੇ ਵੱਲੋਂ, ਜਿਹਦੇ ਆਧਾਰ ਦੇ ਉੱਪਰ BBC ਨੇ ਇਹ ਖਬਰ ਸ਼ਾਇਆ ਕੀਤੀ ਹੈ, ਉਹ ਕਹਿ ਤਾਂ ਇਹੀ ਰਹੇ ਹੈ ਕਿ ਗਵਰਨਮੈਂਟ ਆਫ ਇੰਡੀਆ ਨੇ ਅਜੇ ਤੱਕ ਅਸੀਂ ਜੋ ਇਹ ਖਬਰ ਤਰਾਸ਼ੀ ਕੀਤੀ ਹੈ ਇਹਦੇ ਉੱਪਰ ਉਹ ਕੋਈ ਵੀ ਜਾਣਕਾਰੀ ਅਜੇ ਜਵਾਬ ਨਹੀਂ ਦਿੱਤਾ ਜਾਂ ਕੋਈ ਵੀ ਜਾਣਕਾਰੀ ਨਹੀਂ ਦੇ ਰਹੇ। ਜਾਂ ਇਹ ਵੀ ਰਿਪੋਰਟ ਦੇ ਵਿੱਚ ਜੋ ਰਿਪੋਰਟ ਮੈਂ ਦੇਖੀ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਵੀ ਲਿਖੀ ਹੈ ਕਿ ਇਹ ਕੋਈ ਸਿੱਧੇ ਤੌਰ ਤੇ ਉੱਪਰ ਸਥਾਪਿਤ ਨਹੀਂ ਹੁੰਦਾ ਕਿ ਜਿਹੜੀਆਂ ਫੇਕ ਸੋਸ਼ਲ ਮੀਡੀਆ ਪ੍ਰੋਫਾਈਲਾਂ ਸੀਗੀਆਂ ਕਿ ਇਹਨਾਂ ਦਾ ਗਵਰਨਮੈਂਟ ਦੇ ਨਾਲ ਕੋਈ ਲਿੰਕ ਸੀਗਾ। ਪਰ ਜ਼ਾਹਰ ਦੀ ਗੱਲ ਹੈ, ਇੰਨਾ ਵੱਡਾ ਜਿਹੜਾ ਕੋਈ ਵੀ ਆਪਾਂ ਕਹਿ ਸਕਦੇ ਹਾਂ ਕਿ ਇਨੀਸ਼ੀਏਟਿਵ ਚੱਲ ਰਿਹਾ ਆ, ਉਹ ਕਿਸੇ ਪ੍ਰਾਈਵੇਟ ਪਾਰਟੀ ਦੇ ਵੱਲੋਂ ਕਿਉਂ ਕੀਤਾ ਜਾਊਗਾ?
ਔਰ ਮੁੱਦਾ ਜਿਹੜਾ ਆ ਉਹ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਇਹ ਕਿਸਾਨ ਸੰਘਰਸ਼ 1 ਸਾਲ ਤੋਂ ਚੱਲ ਰਿਹਾ ਸੀ ਔਰ ਹਰ ਕੋਈ ਇਹ ਗੱਲ ਮਹਿਸੂਸ ਕਰਦਾ ਕਿ ਜਾਣਦੇ ਆ ਕਿ ਉਹਦੇ ਪਿੱਛੇ ਜਿਹੜੀ ਰੂਹੇ ਰਵਾਂ ਆ ਉਹ ਮਤਲਬ ਸਿੱਖ ਹੀ ਉਹਦੇ ਵਿੱਚ ਮੁੱਖ ਰੂਪ ਦੇ ਵਿੱਚ ਸਾਹਮਣੇ ਆਏ ਆ, ਚਾਹੇ ਉਹ ਜਿਹੜੇ ਇੰਡੀਆ ਤੋਂ ਬਾਹਰ ਬੈਠੇ ਹੋਣ ਜਾਂ ਇੱਥੇ ਪੰਜਾਬ ਦੇ ਵਿੱਚ ਹੋਣ ਜਾਂ ਹੋਰਨਾਂ ਥਾਵਾਂ ਦੇ ਉੱਪਰ ਹੋਣ। ਤੇ ਬਾਕੀ ਭਾਈਚਾਰਿਆਂ ਦਾ ਸਹਿਯੋਗ ਜਿੰਨਾ ਵੀ ਇਸ ਸੰਘਰਸ਼ ਨੂੰ ਮਿਲਿਆ ਸੀਗਾ ਉਹ ਵੀ ਉਸੇ ਚੀਜ਼ ਤੋਂ ਹੀ ਉਤਸ਼ਾਹਿਤ ਹੋ ਕੇ ਪੰਜਾਬ ਜਾਂ ਸਿੱਖਾਂ ਦੀ ਸ਼ਮੂਲੀਅਤ ਤੋਂ ਉਤਸ਼ਾਹਿਤ ਹੋ ਕੇ ਮਿਲ ਰਿਹਾ ਸੀ। ਸੋ ਇਹਦੇ ਵਿੱਚੋਂ ਮਤਲਬ ਇਹ ਗੱਲ ਜ਼ਰੂਰ ਗੰਭੀਰਤਾ ਦੇ ਨਾਲ ਦੇਖਣ ਵਾਲੀ ਹੈਗੀ ਹੈ ਕਿ ਇਕੱਲਾ ਇਹ ਇਸ ਮਸਲੇ ਦਾ ਨਹੀਂ ਹੈ ਕਿ ਕੀ ਕੋਈ ਅਨਓਫੀਸ਼ੀਅਲੀ ਸੋਸ਼ਲ ਮੀਡੀਆ ਨੈਟਵਰਕਿੰਗ ਹੱਬ ਜਿਹਦੀ ਕਿ 3 ਸਾਲ ਪਹਿਲਾਂ ਵਿਚਾਰ ਡ੍ਰੌਪ ਕੀਤਾ ਗਿਆ ਸੀ ਉਹ ਦੁਬਾਰਾ ਬਣੀ ਹੈ। ਮੈਨੂੰ ਲੱਗਦਾ ਕਿ ਮਸਲਾ ਥੋੜੀ ਜ਼ਿਆਦਾ ਗੰਭੀਰਤਾ ਦੇ ਨਾਲ ਜੁੜਿਆ ਹੋਇਆ। ਇਹ ਲੱਗਦਾ ਹੈ ਸਾਫ਼ ਤੌਰ ਤੇ ਕਿ ਇੱਕ ਇਹ ਬਹੁਤ ਵੱਡੀ ਸਾਜ਼ਿਸ਼ ਦਾ ਹਿੱਸਾ ਹੈ, ਜਿਸ ਸਾਜ਼ਿਸ਼ ਦੇ ਤਹਿਤ ਨਾ ਕਿ ਬਲਕਿ ਸਿੱਖਾਂ ਨੂੰ ਜਿਹੜਾ ਹੈ ਇੱਕ ਅੱਤਵਾਦੀ ਵੱਖਵਾਦੀ ਦੇ ਤੌਰ ਤੇ ਪੇਸ਼ ਕੀਤਾ ਜਾਣਾ ਸੀ ਔਰ ਦੂਸਰਾ ਇਸ ਜਿਹੜੇ ਵਰਤਾਰੇ ਦੇ ਨਾਲ ਜਿਹੜਾ ਕਿਸਾਨੀ ਸੰਘਰਸ਼ ਹੈ ਉਹਨੂੰ ਢਾਹ ਲਗਾਈ ਜਾਣੀ ਸੀ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਜਿਹੜਾ ਕਿਸਾਨੀ ਸੰਘਰਸ਼ ਹੈ ਚਾਹੇ ਭਾਰਤ ਦੇ ਸਾਰੇ ਕਿਸਾਨਾਂ ਦਾ ਸੰਘਰਸ਼ ਹੈ, ਪਰ ਉਹਦੇ ਵਿੱਚ ਜਿਹੜੀਆਂ ਸਿੱਖ ਪੰਥਕ ਧਿਰਾਂ ਜਾਂ ਸਿੱਖ ਜਿਹੜੇ ਚਿਹਰੇ ਮੋਹਰੇ ਨੇ ਦਸਤਾਰ ਸਜਾਈ, ਸੋ ਉਹ ਸਾਰੇ ਸਭ ਤੋਂ ਅਹਿਮ ਰੋਲ ਅਦਾ ਕਰ ਰਹੇ ਨੇ, ਚਾਹੇ ਉਹ ਦੀਪ ਸਿੱਧੂ ਹੋਵੇ, ਚਾਹੇ ਲੱਖਾ ਸਦਾਨਾ ਹੋਵੇ ਜਾਂ ਚਾਹੇ ਨਿਹੰਗ ਸਿੰਘ ਜਥੇਬੰਦੀਆਂ ਹੋਣ, ਚਾਹੇ ਬਾਬਾ ਹਰਦੀਪ ਸਿੰਘ ਡਿਬਡਬਾ ਹੋਵੇ, ਬਾਬਾ ਹਰਦੀਪ ਸਿੰਘ ਮਹਿਰਾਜ ਹੋਵੇ, ਚਾਹੇ ਉਹ ਸਰਦਾਰ ਬਲਦੇਵ ਸਿੰਘ ਸਿਰਸਾ ਹੋਵੇ। ਔਰ ਕਿਤੇ ਨਾ ਕਿਤੇ ਜਿਹੜੀਆਂ ਇਹ ਨਫ਼ਰਤ ਫੈਲਾਉਣ ਵਾਲੀਆਂ ਯੋਜਨਾਵਾਂ ਨੇ ਕਿਤੇ ਨਾ ਕਿਤੇ ਕਾਮਯਾਬ ਜ਼ਰੂਰ ਹੋਈਆਂ ਸੀ। ਦੇਖੋ ਇਸ ਸੰਬੰਧ ਦੇ ਵਿੱਚ ਇੱਕ ਗੱਲ ਤਾਂ ਮੈਂ ਇਹ ਜ਼ਰੂਰ ਸਾਂਝੀ ਕਰਨੀ ਚਾਹੁੰਦਾ ਕਿ ਇਸ ਸੰਘਰਸ਼ ਦੀ ਖਾਸੀਅਤ ਇਹ ਰਹੀ ਕਿ ਇੱਥੇ ਕਿਸੇ ਵੀ ਇੱਕ ਧਿਰ ਜਾਂ ਕਿਸੇ ਇੱਕ ਚਿਹਰੇ ਮੋਹਰੇ ਦੇ ਯੋਗਦਾਨ ਤੋਂ ਵੱਧ ਕੇ ਜਿਹੜਾ ਯੋਗਦਾਨ ਹੈ ਉਹ ਆਮ ਲੋਕਾਂ ਦਾ ਆ, ਜਾਂ ਆਪਾਂ ਆਮ ਤੌਰ ਦੇ ਉੱਪਰ ਕਹਿ ਦਿੰਦੇ ਵੀ ਜਿਹੜੇ ਅਨਸੰਗ ਹੀਰੋਜ਼ ਨੇ, ਜਿਹੜੇ ਬੇਨਾਮ ਨਾਇਕ ਨੇ, ਜਿਨ੍ਹਾਂ ਦਾ ਕਿਧਰੇ ਨਾਂ ਨਹੀਂ ਆਉਂਦਾ, ਜਿਨ੍ਹਾਂ ਦੀ ਕਿਧਰੇ ਤਸਵੀਰ ਨਹੀਂ ਆਉਂਦੀ, ਪਰ ਉਹ ਅਸਲ ਫੋਰਸ ਸੀਗੀ ਜਿਹੜੀ ਇਸ ਸਾਰੇ ਕਾਸੇ ਦੇ ਪਿੱਛੇ ਰਹੀ ਹੈ। ਇਹੀ ਕਾਰਨ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਜੇਕਰ ਆਪਾਂ ਦੇਖੀਏ ਤਾਂ ਸਮੁੱਚੇ ਰੂਪ ਦੇ ਵਿੱਚ ਇਸ ਸੰਘਰਸ਼ ਦੀ ਜੇ ਵਡਿਆਈ ਦੇਣੀ ਹੋਵੇ ਤਾਂ ਤੁਸੀਂ ਸੰਗਤ ਨੂੰ ਜਾਂ ਲੋਕਾਂ ਨੂੰ ਹੀ ਦੇ ਸਕਦੇ ਆ। ਕਿ ਬਾਕੀ ਉਤਰਾ ਚੜਾਅ ਦੇ ਵਿੱਚ ਵਿਅਕਤੀ ਆਏ, ਸ਼ਖਸੀਅਤਾਂ ਆਈਆਂ, ਉਹਨਾਂ ਨੇ ਆਪਣੇ ਰੋਲ ਪਲੇ ਕੀਤਾ, ਪਰ ਸਭ ਤੋਂ ਵੱਡਾ ਰੋਲ ਜਿਹੜਾ ਆ ਉਹਨਾਂ ਲੋਕਾਂ ਨੇ ਨਿਭਾਇਆ। ਕਿਉਂਕਿ ਜਦੋਂ 26 ਜਨਵਰੀ ਤੋਂ ਬਾਅਦ ਵੀ ਇੱਕ ਮਾਹੌਲ ਬਣਿਆ 4 ਦਿਨ ਦਾ, ਉਦੋਂ ਵੀ ਅਸੀਂ ਉੱਥੇ ਰਹਿੰਦਿਆਂ ਹੋਇਆਂ ਦੇਖਿਆ ਕਿ ਅਸਲ ਦੇ ਵਿੱਚ ਲੋਕ ਸੀਗੇ ਜਿਹੜੇ ਜ਼ਮੀਨ ਦੇ ਉੱਪਰ ਮੌਕੇ ਤੇ ਪੈਰ ਲਾ ਕੇ ਖੜੇ ਸੀਗੇ ਤੇ ਉਸ ਦਾ ਇਹ ਸੀ ਸਾਰਾ। ਜਿਹੜੀ ਗੱਲ ਹੈਗੀ ਇਸੇ ਕਰਕੇ ਜਿਹੜਾ ਟਾਰਗੇਟਿੰਗ ਵੀ ਜ਼ਿਆਦਾ ਕੀਤੀ ਗਈ ਉਹ ਸਿੱਖਾਂ ਨੂੰ ਕੀਤੀ ਗਈ। ਉਹ ਜ਼ਾਹਰ ਦੀ ਗੱਲ ਹੈ ਕਿ ਗਵਰਨਮੈਂਟ ਬਹੁਤ ਜ਼ਿਆਦਾ ਇਸ ਗੱਲ ਦੀ ਤਾਕ ਦੇ ਵਿੱਚ ਰਹੀ ਕਿ ਕੋਈ ਇਸ ਤਰ੍ਹਾਂ ਦਾ ਚਿਹਰਾ ਮਿਲ ਜਾਵੇ ਜਿਹਨੂੰ ਨਿਸ਼ਾਨਾ ਬਣਾ ਕੇ ਸਿੱਖਾਂ ਨੂੰ ਮਤਲਬ ਵਧੇਰੇ ਬਦਨਾਮ ਕੀਤਾ ਜਾ ਸਕੇ। ਕੋਸ਼ਿਸ਼ ਤਾਂ ਉਹਨਾਂ ਨੇ ਬਹੁਤ ਕੀਤੀ ਸ਼ੁਰੂ ਤੋਂ ਹੀ, ਮਤਲਬ ਵੱਖ-ਵੱਖ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਪ੍ਰੋਪੇਗੈਂਡਾ ਜਾਂ ਰਿਟੋਰਿਕ, ਔਰ ਤਿੰਨੇ ਸ਼ੇਡਸ ਦੇ ਵਿੱਚ ਹੀ, ਮਤਲਬ ਵਾਈਟ ਪ੍ਰੋਪੇਗੈਂਡਾ ਵੀ ਹੋਇਆ, ਗ੍ਰੇ ਵੀ ਹੋਇਆ ਤੇ ਬਲੈਕ ਵੀ ਹੋਇਆ, ਹਨਾ। ਵਾਈਟ ਪ੍ਰੋਪੇਗੈਂਡਾ ਉਸ ਵਿੱਚ ਜਿੱਥੇ ਕੋਈ ਵੀ ਜ਼ਿੰਮੇਵਾਰ ਅਹੁਦੇ ਦੇ ਉੱਪਰ ਬੈਠਾ ਹੋਇਆ ਵਿਅਕਤੀ ਆਪ ਸਟੇਟਮੈਂਟ ਦਿੰਦਾ ਆ, ਸੋ ਉਹ ਗਵਰਨਮੈਂਟ ਨੇ ਕੰਟਰੋਲ ਰੱਖਿਆ। ਸਿੱਧੇ ਤੌਰ ਦੇ ਉੱਪਰ ਜਿਹੜੇ ਬਿਲਕੁਲ ਜ਼ਿੰਮੇਵਾਰੀ ਦੀਆਂ ਪੋਜੀਸ਼ਨਾਂ ਤੇ ਸੀਗੇ ਉਹਨਾਂ ਨੇ ਸਿੱਧੇ ਤੌਰ ਦੇ ਉੱਪਰ ਸਟੇਟਮੈਂਟਾਂ ਦਿੱਤੀਆਂ, ਪਰ ਉਹ ਮਤਲਬ ਇਹ ਕਹਿੰਦੇ ਰਹੇ ਕਿ ਘੁਸਪੈਠ ਹੋ ਗਈ ਹੈ ਜਾਂ ਕਿਸਾਨਾਂ ਤੋਂ ਇਲਾਵਾ ਹੋਰ ਹਿੱਸੇ ਘੁਸਪੈਠ ਕਰਕੇ ਵਿਰੋਧੀ ਧਿਰ ਦੀ ਸਾਜ਼ਿਸ਼ ਚੱਲ ਰਹੀ, ਇੱਥੋਂ ਤੱਕ ਸੀਮਿਤ ਰਹੇ। ਉਹਨਾਂ ਨੇ ਬਹੁਤਾ ਜ਼ਿਆਦਾ ਮਤਲਬ ਹਾਰਸ਼ ਪ੍ਰੋਪੇਗੈਂਡਾ ਜਿਹੜਾ ਸੀਗਾ ਉਹ ਆਪਣੇ ਸਿੱਧੇ ਤੌਰ ਦੇ ਉੱਪਰ ਨਹੀਂ ਕੀਤਾ। ਹੁਣ ਜਿੰਨੇ ਇਹ ਚੈਨਲ ਨੇ ਇੰਡੀਆ ਦੇ ਮੇਨ ਸਟ੍ਰੀਮ ਮੀਡੀਆ ਦੇ ਸਾਰੇ ਗ੍ਰੇ ਪ੍ਰੋਪੇਗੈਂਡੇ ਦੇ ਸਾਧਨ ਹੈਗੇ ਆ ਕਿ ਜਿੱਥੇ ਪਤਾ ਗੋਦੀ ਮੀਡੀਆ ਆ ਉਹ ਸਰਕਾਰ ਦੀ ਹੀ ਬੋਲੀ ਬੋਲ ਰਿਹਾ ਹੁੰਦਾ, ਪਰ ਸਿੱਧੇ ਤੌਰ ਦੇ ਉੱਪਰ ਸਰਕਾਰ ਆ ਉਹ ਗੱਲਾਂ ਆਪ ਨਹੀਂ ਕਹਿ ਰਹੀ। ਜਿਹੜਾ ਇਹ ਹੈ ਹੁਣ ਸੋਸ਼ਲ ਮੀਡੀਆ ਨੈਟਵਰਕਿੰਗ ਜਾਂ ਜਿਹੜੀ ਆਹ ਪ੍ਰੋਫਾਈਲਾਂ 80 ਪ੍ਰੋਫਾਈਲਾਂ ਵਾਲੀ ਰਿਪੋਰਟ ਆਈ ਹੈ ਜਿਹੜੀ BBC ਨੇ ਜਿਹਦੇ ਬਾਰੇ ਵਿੱਚ ਖਬਰ ਲਾਈ ਹੈ, ਇਹ ਬਿਲਕੁਲ ਡਾਰਕ ਪ੍ਰੋਪੇਗੈਂਡਾ ਹੈ। ਜਿੱਥੇ ਕਿਸੇ ਨੂੰ ਵੀ ਪਤਾ ਨਹੀਂ ਕਿ ਉਹ ਹੁਣ ਪਤਾ ਆ ਕਿ ਬੰਦੇ ਇਹਨਾਂ ਦੇ ਕਰ ਰਹੇ ਆ, ਪਰ ਸਿੱਧੇ ਤੌਰ ਨਾ ਤਾਂ ਗਵਰਨਮੈਂਟ ਕਦੀ ਉਹਨਾਂ ਨੂੰ ਓਨ ਕਰੂਗੀ, ਨਾ ਕੋਈ ਸਪੋਰਟ ਕਰਨ ਵਾਲਾ ਬੰਦਾ ਆ ਉਹਦਾ ਦੋਸਤ ਜਿਹੜਾ ਆ ਉਹ ਸਰਕਾਰ ਨੂੰ ਦੇ ਸਕੂਗਾ। ਤੁਸੀਂ ਦੇਖੋਗੇ ਕਿ
ਇਹ ਜਿਹੜੀ BBC ਦੀ ਰਿਪੋਰਟ ਆ ਉਹਦੇ ਵਿੱਚ ਵੀ ਉਹਨਾਂ ਨੇ ਲਿਖਿਆ ਆ, ਜਾਂ ਈਵਨ ਜਿਹੜੀ ਸੰਸਥਾ ਨੇ ਰਿਪੋਰਟ ਵੀ ਛਾਪੀ ਉਹਨਾਂ ਨੇ ਵੀ ਲਿਖਿਆ ਵੀ ਕੋਈ ਵੀ ਸਿੱਧਾ ਲਿੰਕ ਜਿਹੜਾ ਆ ਉਹ ਸਰਕਾਰ ਦੇ ਨਾਲ ਸਥਾਪਿਤ ਨਹੀਂ ਹੁੰਦਾ। ਇਹ ਇੱਕ ਡਾਰਕ ਪ੍ਰੋਪੇਗੈਂਡੇ ਦਾ ਸਫੀਅਰ ਹੈਗਾ। ਔਰ ਸਭ ਤੋਂ ਜ਼ਿਆਦਾ ਨਰੇਟਿਵ ਬਿਲਡਿੰਗ ਦੇ ਵਿੱਚ ਜਾਂ ਕਾਊਂਟਰ ਨਰੇਟਿਵ ਲਿਆਉਣ ਦੇ ਲਈ ਆਪਾਂ ਕਹੀਏ ਵੀ ਉਲਟ ਵਰਤਾਂਤ ਲਿਆਉਣ ਦੇ ਵਿੱਚ ਇਹ ਵਾਲਾ ਜਿਹੜਾ ਅੱਜ ਦੇ ਸਮੇਂ 'ਚ ਸਭ ਤੋਂ ਜ਼ਿਆਦਾ ਵਰਤਿਆ ਜਾਂਦਾ। ਟੀਵੀ ਵੀ ਲੋਕ ਮਤਲਬ ਹੁਣ ਟੀਵੀਆਂ ਦੇ ਵੀ ਜਿਹੜੇ ਕਲਿੱਪ ਆ ਉਹ ਜ਼ਿਆਦਾ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੇ ਰਾਹੀਂ ਦੇਖਦੇ ਆ। ਆਪਾਂ ਸਾਰੇ ਜਾਣਦੇ ਹਾਂ ਕਿ ਕੋਈ ਟੀਵੀ ਅੱਗੇ ਨਹੀਂ ਉਸ ਤਰ੍ਹਾਂ ਬੈਠਾ ਹੁੰਦਾ, ਜੋ ਕਲਿੱਪ ਫੇਸਬੁੱਕ, ਟਵਿੱਟਰ ਜਾਂ YouTube ਦੇ ਉੱਪਰ ਚੱਲ ਪੈਂਦਾ ਉਸੇ ਨੂੰ ਦੇਖਦੇ ਨੇ। ਸੋ ਇਸੇ ਕਰਕੇ ਮਤਲਬ ਪਰ ਦੂਜੇ ਪਾਸੇ ਜੇ ਗਰਾਊਂਡ ਦੇ ਉੱਪਰ ਅਸੀਂ ਦੇਖੀਏ ਇਹ ਹੈ ਕਿ ਉਸ ਪੱਧਰ ਦੇ ਉੱਪਰ ਜਿਸ ਪੱਧਰ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਉਸ ਪੱਧਰ ਦੇ ਉੱਪਰ ਕਾਮਯਾਬੀ ਨਹੀਂ ਮਿਲੀ। ਇਹ ਗੱਲ ਠੀਕ ਹੈ ਕਿ ਉਹ ਨਿਰੰਤਰ ਇਹਨੂੰ ਜਾਰੀ ਜ਼ਰੂਰ ਰੱਖਦੇ ਰਹੇ ਆ, ਪਰ ਸਵਾਈ ਇਹਨਾਂ ਦੇ ਜਿਹੜੇ ਆਪਾਂ ਕਹੀਏ ਵੀ ਬਿਲਕੁਲ ਕੱਟੜ ਸਮਰਥਕ ਨੇ ਉਹਨਾਂ ਤੋਂ ਇਲਾਵਾ ਕਿਸੇ ਵੀ ਵਿਅਕਤੀ ਨੇ ਬਹੁਤਾ ਜ਼ਿਆਦਾ ਇਹਨਾਂ ਗੱਲਾਂ ਦਾ ਅਸਰ ਨਹੀਂ ਕਬੂਲਿਆ। ਤੇ 28, 29, 30 ਜਨਵਰੀ ਜਦੋਂ 26 ਜਨਵਰੀ ਤੋਂ ਬਾਅਦ ਉੱਥੇ ਮਤਲਬ ਮੌਕੇ ਦੇ ਉੱਪਰ ਹਮਲੇ ਹੋ ਰਹੇ ਸੀਗੇ ਜਾਂ BJP ਵਾਲੇ ਬੰਦੇ ਆ ਰਹੇ ਸੀ, ਉਦੋਂ ਵੀ ਅਸੀਂ ਦੇਖਿਆ ਕਿ ਇੱਕ ਫਰਕ ਸੀਗਾ। ਜਦੋਂ ਪਹਿਲੋਂ ਸਿੱਖਾਂ ਦੇ ਖਿਲਾਫ ਇਸ ਤਰ੍ਹਾਂ ਦਾ ਮਾਹੌਲ ਬਣਿਆ ਸੀਗਾ 84 ਦੇ ਵਿੱਚ, ਤਾਂ ਉਦੋਂ ਜਿਹੜੇ ਹਿੱਸੇ ਮਤਲਬ ਸਿੱਖਾਂ ਦੇ ਵਿਰੋਧ 'ਚ ਸੀਗੇ ਉਹਨਾਂ ਦੇ ਵਿੱਚੋਂ ਬਹੁਤ ਵੱਡਾ ਹਿੱਸਾ ਇਸ ਵਾਰ ਨਿਊਟਰਲ ਸੀਗਾ। ਜਿਹੜੇ ਹਿੱਸੇ ਉਦੋਂ ਨਿਊਟਰਲ ਸੀਗੇ ਉਹ ਹਿੱਸੇ ਖੁੱਲ੍ਹ ਕੇ ਸਿੱਖਾਂ ਦੇ ਹੱਕ ਦੇ ਵਿੱਚ ਆਏ ਹੋਏ ਸੀਗੇ। ਔਰ ਉਸ ਤੋਂ ਮਤਲਬ ਲੋਕਲ ਜਾਟ ਕਮਿਊਨਿਟੀ ਜਿਹੜੀ ਹੈ ਉਹਨਾਂ ਨੇ ਆ ਕੇ ਈਵਨ ਜਿਹੜੇ ਇੱਕ ਭਾਈਚਾਰੇ ਦੇ ਲੋਕ ਹਮਲਾ ਕਰਨ ਦੇ ਵਿੱਚ ਸ਼ਾਮਿਲ। ਹੈਲੋ ਦੋਸਤੋ, ਮੇਰੇ ਖਿਆਲ ਜਿਹੜਾ ਹੈ ਸੰਪਰਕ ਸਾਡਾ ਟੁੱਟ ਗਿਆ ਹੈ ਔਰ ਕੋਸ਼ਿਸ਼ ਕਰਦੇ ਹਾਂ ਕਿ ਦੁਬਾਰਾ ਪਰਮਜੀਤ ਸਿੰਘ ਗਾਜੀ ਦੇ ਨਾਲ ਸੰਪਰਕ ਸਥਾਪਿਤ ਕੀਤਾ ਜਾ ਸਕੇ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ BBC ਦੁਆਰਾ ਪ੍ਰਕਾਸ਼ਿਤ ਉਸ ਰਿਪੋਰਟ ਦੇ ਉੱਪਰ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ 80 ਅਜਿਹੇ ਫੇਕ ਪ੍ਰੋਫਾਈਲ ਸਨ ਜਿਹੜੇ ਸੋਸ਼ਲ ਮੀਡੀਆ ਤੇ ਸਿੱਖਾਂ ਦੇ ਖਿਲਾਫ ਨਫ਼ਰਤ ਫੈਲਾਉਣ ਦੇ ਲਈ ਵਰਤੇ ਜਾ ਰਹੇ ਸਨ। ਔਰ BBC ਦੀ ਰਿਪੋਰਟ ਨੇ ਇਹ ਜਿਹੜਾ ਹੈ ਸਾਬਿਤ ਕੀਤਾ ਹੈ ਕਿ ਉਹ ਪ੍ਰੋਫਾਈਲ ਇੱਕ ਅਜਿਹੀ ਯੋਜਨਾ ਦਾ ਹਿੱਸਾ ਸਨ ਜਿਸ ਯੋਜਨਾ ਦੇ ਤਹਿਤ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ ਜਿਹੜਾ ਹੈ ਇਹ ਪ੍ਰੋਫਾਈਲ ਵਰਤੇ ਜਾ ਰਹੇ ਸਨ। ਸਿੱਖਾਂ ਦੇ ਬਾਰੇ ਜਿਹੜਾ ਹੈ ਨਫ਼ਰਤ ਫੈਲਾਈ ਜਾ ਰਹੀ ਸੀ ਔਰ ਇਸ ਮੁੱਦੇ ਦੇ ਉੱਪਰ ਅਸੀਂ ਗੱਲਬਾਤ ਕਰ ਰਹੇ ਸਾਂ ਸਰਦਾਰ ਪਰਮਜੀਤ ਸਿੰਘ ਗਾਜੀ ਦੇ ਨਾਲ, ਜਿਨ੍ਹਾਂ ਦੇ ਨਾਲ ਜਿਹੜਾ ਹੈ ਫੋਨ ਲਾਈਨ ਤੇ ਸੰਪਰਕ ਟੁੱਟ ਗਿਆ ਔਰ ਉਹਨਾਂ ਦੇ ਨਾਲ ਅਸੀਂ ਜਿਹੜਾ ਹੈ ਸੰਪਰਕ ਦੁਬਾਰਾ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਅਸੀਂ ਉਹਨਾਂ ਦੇ ਨਾਲ ਦੁਬਾਰਾ ਇਸ ਮੁੱਦੇ ਤੇ ਗੱਲਬਾਤ ਕਰ ਸਕੀਏ। ਔਰ ਤੁਸੀਂ ਕੁਝ ਵੀ ਇਸ ਮੁੱਦੇ ਦੇ ਉੱਪਰ ਕਹਿਣਾ ਚਾਹੁੰਦੇ ਹੋ, ਕੋਈ ਵੀ ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ 604 592 91 ਤੇ ਕਾਲ ਕਰਕੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ। ਸੋ ਦੋਸਤੋ, ਇਹ ਜਿਹੜਾ ਸਿੱਖ ਕੌਮ ਦੀ ਤਰਾਸਦੀ ਹੈ ਕਿ ਸਿੱਖ ਕੌਮ ਦੇ ਕੋਲ ਕੋਈ ਵੀ ਵਾਹਿਦ ਲੀਡਰ ਨਹੀਂ ਹੈ ਜਿਹੜਾ ਸਿੱਖ ਕੌਮ ਦੀ ਗਵਾਹੀ ਕਰ ਸਕੇ ਔਰ ਕਰੋੜਾਂ ਅਰਬਾਂ ਦਾ SGPC ਦਾ ਬਜਟ ਹੈ ਔਰ ਦੂਜੀਆਂ ਇਸ਼ਤਿਹਾਰਬਾਜ਼ੀਆਂ ਦੇ ਉੱਪਰ ਉਹ ਬਜਟ ਖਰਚ ਹੁੰਦਾ ਹੈ, ਜਦਕਿ ਜਦੋਂ ਸਿੱਖਾਂ ਦੇ ਬਾਰੇ ਇਦਾਂ ਦਾ ਪ੍ਰਚਾਰ ਮੀਡੀਆ ਦੇ ਵਿੱਚ ਹੁੰਦਾ ਹੈ ਸੋ ਉਹਨੂੰ ਜਿਹੜਾ ਹੈ ਕਾਊਂਟਰ ਕਰਨ ਦੇ ਲਈ ਕਿਸੇ ਵੀ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਸਾਰਾ ਜਿਹੜਾ ਦੇਖੋ 47 ਦੇ ਵਿੱਚ ਸਿੱਖਾਂ ਨੇ ਆਪਣੀ ਮਰਜ਼ੀ ਦੇ ਨਾਲ ਭਾਰਤ ਨੂੰ ਆਪਣਾ ਦੇਸ਼ ਚੁਣਿਆ ਔਰ ਪੂਰੀ ਦੁਨੀਆ ਦੇ ਵਿੱਚ 36 ਮਿਲੀਅਨ ਸਿੱਖ ਵਸਦੇ ਨੇ। ਕੇਵਲ ਭਾਰਤ ਦੇ ਵਿੱਚ ਹੀ ਨਹੀਂ, ਸਾਰੀ ਦੁਨੀਆ ਦੇ ਵਿੱਚ ਸਿੱਖ ਵਸਦੇ ਨੇ। ਜਦੋਂ ਇਸ ਤਰ੍ਹਾਂ ਦਾ ਜਿਹੜਾ ਕਿਰਦਾਰ ਕੁਸ਼ੀ ਕੀਤੀ ਜਾਏਗੀ ਸੋਸ਼ਲ ਮੀਡੀਆ ਦੇ ਉੱਪਰ, ਕਿਉਂਕਿ ਅੱਜ ਕੱਲ੍ਹ ਜਿਵੇਂ ਸਰਦਾਰ ਪਰਮਜੀਤ ਸਿੰਘ ਗਾਜੀ ਨੇ ਕਿਹਾ ਕਿ ਸੋਸ਼ਲ ਮੀਡੀਆ ਦੀ ਬਹੁਤ ਸਾਰੀ ਮਹੱਤਤਾ ਹੈ ਔਰ ਸਾਰੇ ਲੋਕ ਆਪਣੇ ਫੋਨ ਦੇ ਉੱਪਰ ਸੋਸ਼ਲ ਮੀਡੀਆ ਦੇ ਰਾਹੀਂ ਹੀ ਖਬਰਾਂ ਪੜ੍ਹਦੇ ਨੇ, ਨਿਊਜ਼ ਕਲਿੱਪ ਦੇਖਦੇ ਨੇ ਔਰ ਟੀਵੀ ਦੀਆਂ ਜਿਹੜੀਆਂ ਖਬਰਾਂ ਸਾਰੀਆਂ ਸੋਸ਼ਲ ਮੀਡੀਆ ਤੋਂ ਆਪਣੇ ਪ੍ਰੋਫਾਈਲਾਂ ਦੇ ਥਰੂ ਜਾਂਦੇ ਨੇ ਔਰ ਜਿਹੜੀ
ਸਫਿਸਟੀਕੇਟਡ ਪੜ੍ਹੇ ਲਿਖੇ ਲੋਕ ਨੇ ਉਹ ਟਵਿੱਟਰ ਨੂੰ ਯੂਜ਼ ਕਰਦੇ ਨੇ। ਸੋ ਦੇਖਿਆ ਗਿਆ ਵੀ ਇਸ ਕਿਸਾਨ ਸੰਘਰਸ਼ ਦੇ ਵਿੱਚ ਟਵਿੱਟਰ ਨੂੰ ਮੁੱਖ ਤੌਰ ਦੇ ਉੱਪਰ ਜਿਹੜਾ ਹੈ ਵਰਤਿਆ ਗਿਆ, ਹਥਿਆਰ ਬਣਾਇਆ ਗਿਆ। ਔਰ ਟਵਿੱਟਰ ਦੇ ਉੱਪਰ ਜਿਹੜਾ ਹੈ ਕਿਸਾਨ ਸੰਘਰਸ਼ ਦੇ ਹੱਕ ਦੇ ਵਿੱਚ ਵੀ ਔਰ ਕਿਸਾਨ ਸੰਘਰਸ਼ ਦੇ ਵਿਰੋਧ ਦੇ ਵਿੱਚ ਵੀ ਜਿਹੜੀਆਂ ਹੈਗੀਆਂ ਪੋਸਟਾਂ ਉਹ ਪਾਈਆਂ ਗਈਆਂ। ਔਰ ਸਰਦਾਰ ਪਰਮਜੀਤ ਸਿੰਘ ਗੱਲ ਜੀ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਵਿਚਾਰ ਚਰਚਾ 'ਚ। ਮਿਹਰਬਾਨੀ ਜੀ। ਮੈਂ ਮਾਫੀ ਚਾਹਾਂਗਾ, ਤਕਨੀਕੀ ਖਰਾਬੀ ਦੇ ਕਾਰਨ ਸ਼ਾਇਦ ਜਿਹੜਾ ਹੈ ਫੋਨ ਲਾਈਨ ਦਾ ਸਾਡਾ ਸੰਪਰਕ ਕੱਟਿਆ ਗਿਆ ਸੀ। ਅਸੀਂ ਗੱਲਬਾਤ ਕਰ ਰਹੇ ਸੀ ਗਾਜੀ ਸਾਹਿਬ ਉਸ ਮੁੱਦੇ ਦੇ ਉੱਪਰ, ਤੇ ਤੁਸੀਂ ਇਹ ਕਹਿ ਰਹੇ ਸੀ ਕਿ ਸੋਸ਼ਲ ਮੀਡੀਆ ਅੱਜ ਕੱਲ੍ਹ ਬਹੁਤ ਇੰਪੋਰਟੈਂਟ ਰਿਸੋਰਸ ਹੈ ਇਨਫੋਰਮੇਸ਼ਨ ਦਾ, ਔਰ ਲੋਕ ਜ਼ਿਆਦਾਤਰ ਜਿਹੜੇ ਟੀਵੀ ਦੀਆਂ ਨਿਊਜ਼ ਜਾਂ ਕਲਿੱਪਸ ਵੀ ਆਪਣੇ ਸੋਸ਼ਲ ਮੀਡੀਆ ਦੇ ਪ੍ਰੋਫਾਈਲ ਦੇ ਰਾਹੀਂ ਹੀ ਦੇਖਦੇ ਹਨ। ਔਰ ਟਵਿੱਟਰ ਜਿਹੜਾ ਹੈ ਉਹ ਪੜ੍ਹੇ ਲਿਖੇ ਲੋਕਾਂ 'ਚ ਔਰ ਸੋਫਿਸਟੀਕੇਟਡ ਲੋਕਾਂ ਦੇ ਵਿੱਚ ਪ੍ਰਚਲਿਤ ਹੈ ਅੱਜ ਕੱਲ੍ਹ, ਔਰ ਫੇਸਬੁੱਕ ਵੀ ਇੱਕ ਬਹੁਤ ਵੱਡਾ ਸੋਰਸ ਹੈ। ਸੋ ਇਹ ਕਿਤੇ ਨਾ ਕਿਤੇ ਆਪਾਂ ਸਿੱਧੇ ਤੌਰ ਤੇ ਨਹੀਂ ਕਹਿ ਸਕਦੇ, ਪਰ ਕਿਤੇ ਨਾ ਕਿਤੇ ਇਹ ਫੰਡਡ ਸਾਜ਼ਿਸ਼ ਸੀਗੀ। ਇਹ ਜਿਹੜੇ 80 ਅਕਾਊਂਟ ਨੇ ਇਹ ਉਸ ਸਾਜ਼ਿਸ਼ ਦਾ ਹਿੱਸਾ ਨੇ ਜਿਹਦੇ ਵਿੱਚ ਕੁਝ ਲੋਕਾਂ ਨੂੰ ਪੈਸੇ ਦੇ ਕੇ ਇਹਨਾਂ ਅਕਾਊਂਟਸ ਨੂੰ ਚਲਾਉਣ ਦੇ ਲਈ ਜਿਹੜਾ ਹੈ ਵਰਤਿਆ ਗਿਆ, ਉਹਨਾਂ ਨੂੰ ਉਹਦੇ ਲਈ ਜਿਹੜਾ ਉਹਨਾਂ ਦੀ ਤਨਖਾਹ ਦਿੱਤੀ ਗਈ। ਔਰ ਕਿਹਾ ਵੀ ਇਹ ਵੀ ਜਾ ਰਿਹਾ ਇਸ ਰਿਪੋਰਟ ਦੇ ਵਿੱਚ ਕਿ ਇੱਕ ਦੋ ਜਿਹੜੀਆਂ ਫੇਮਸ ਹਸਤੀਆਂ ਨੇ ਉਹਨਾਂ ਦੀਆਂ ਫੋਟੋਆਂ ਲਗਾ ਕੇ ਅਕਾਊਂਟ ਯੂਜ਼ ਕੀਤੇ ਗਏ, ਔਰ ਕੁਝ ਜਿਹੜੇ ਹੋਰ ਫੇਮਸ ਲੋਕ ਨੇ ਉਹਨਾਂ ਨੇ ਇਹਨਾਂ ਅਕਾਊਂਟਾਂ ਤੇ ਜਾ ਕੇ ਜਿਹੜਾ ਹੈ ਤਾਇਦ ਵੀ ਕੀਤਾ, ਲਾਈਕ ਵੀ ਕੀਤਾ, ਕਮੈਂਟ ਵੀ ਕੀਤਾ। ਸੋ ਕੀ ਕਹੋਗੇ ਇਸ ਬਾਰੇ? ਬਿਲਕੁਲ, ਦੇਖੋ ਟਵਿੱਟਰ ਦਾ ਇਹ ਹੈਗਾ ਕਿ ਉਹਦਾ ਇੱਕ ਆਪਣਾ ਖਾਸ ਇੰਪੈਕਟ ਹੈਗਾ। ਤੁਸੀਂ ਦੇਖੋ ਕੋਈ ਵੀ ਹੈਸ਼ਟੈਗ ਜਾਂ ਕੋਈ ਵੀ ਵਿਸ਼ਾ ਜਿਹੜਾ ਉਹਦੇ ਉੱਪਰ ਟ੍ਰੈਂਡ ਕਰਦਾ, ਉਹਨੂੰ ਇੱਥੋਂ ਤੱਕ ਕਿ ਮਤਲਬ ਖਬਰਾਂ ਦੀਆਂ ਸੁਰਖੀਆਂ ਜਾਂ ਅਖਬਾਰਾਂ ਦੇ ਵਿੱਚ ਉਹਦੇ ਬਾਰੇ ਦੇ ਵਿੱਚ ਖਬਰਾਂ ਛਾਪਦੀਆਂ ਨੇ। ਤੇ ਜਿਸ ਤਰ੍ਹਾਂ ਦੀਆਂ ਹਸਤੀਆਂ ਜਾਂ ਲੋਕ ਆਪਾਂ ਕਹਿ ਲਈਏ ਜਿਸ ਰੁਤਬੇ ਵਾਲੇ ਉਹਦੇ ਉੱਪਰ ਹੈਗੇ ਆ, ਤੇ ਉਹਦੇ ਕਰਕੇ ਉਹਦੇ ਉੱਪਰ ਹੋਣ ਵਾਲੀ ਵਿਚਾਰ ਚਰਚਾ ਨੂੰ ਵੱਧ ਤਵੱਜੋ ਜਿਹੜੀ ਆ ਉਹ ਦਿੱਤੀ ਜਾਂਦੀ ਹੈ। ਇਸ ਮਾਮਲੇ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਆ ਉਹ ਇਹ ਹੈ ਕਿ ਜ਼ਿਆਦਾਤਰ ਬੋਟ ਜਾਂ ਆਟੋਮੇਟਿਡ ਮਸ਼ੀਨਾਂ ਜਾਂ ਕੰਪਿਊਟਰ ਆਪਾਂ ਕਹਿ ਲਈਏ, ਬੇਸਿਕਲੀ ਕੋਈ ਕੰਪਿਊਟਰ ਪ੍ਰੋਗਰਾਮ ਹੁੰਦੇ ਆ ਜਿਹੜੇ ਕਿਸੇ ਵੀ ਵਿਸ਼ੇ ਦੇ ਉੱਪਰ ਉਹਨਾਂ ਦੀ ਪ੍ਰੋਗਰਾਮਿੰਗ ਕਰਕੇ ਛੱਡ ਦਿੰਦੇ ਆ ਤੇ ਉਹ ਆਪਣੇ ਆਪ ਰਿਸਪੌਂਡ ਕਰਦੇ ਰਹਿੰਦੇ ਆ ਜਾਂ ਮਤਲਬ ਟਿੱਪਣੀਆਂ ਪਾਉਂਦੇ ਰਹਿੰਦੇ ਜਾਂ ਉਸ ਹਿਸਾਬ ਨਾਲ ਚੱਲਦਾ ਰਹਿੰਦਾ। ਪਰ ਇਸ ਮਾਮਲੇ ਦੇ ਵਿੱਚ ਜਿਹੜੀ ਰਿਪੋਰਟ ਆਈ ਆ ਉਹਨੇ ਇਹ ਗੱਲ ਦਿਖਾਈ ਕਿ ਇਸ ਤਰ੍ਹਾਂ ਨਹੀਂ ਹੈਗਾ। ਇਹਦੇ ਵਿੱਚ ਜਿੰਨੇ ਵੀ ਫੇਕ ਅਕਾਊਂਟ ਸੀਗੇ ਉਹ ਕੋਈ ਕੰਪਿਊਟਰ ਪ੍ਰੋਗਰਾਮ ਉਹਨਾਂ ਨੂੰ ਹੈਂਡਲ ਨਹੀਂ ਸੀ ਕਰ ਰਿਹਾ, ਉਹ ਵਿਅਕਤੀਆਂ ਵੱਲੋਂ ਜਾਂ ਮਨੁੱਖਾਂ ਵੱਲੋਂ ਚਲਾਏ ਜਾ ਰਹੇ ਸੀਗੇ। ਕੋਈ ਨਾ ਕੋਈ ਵਿਅਕਤੀ ਉਹਦੇ ਪਿੱਛੇ ਬੈਠਾ ਹੋਇਆ ਸੀ ਜਿਹੜਾ ਉਹਨਾਂ ਨੂੰ ਚਲਾ ਰਿਹਾ ਸੀਗਾ। ਫਿਰ ਰਿਪੋਰਟ ਦੇ ਵਿੱਚ ਉਹਨਾਂ ਨੇ ਦਿਖਾਇਆ 6 ਪੱਧਰ ਦੇ ਉੱਪਰ ਉਹਨਾਂ ਨੇ ਇਹਦੇ ਇੰਪੈਕਟ ਦੇ ਦਾਇਰੇ ਜਿਹੜੇ ਆ ਉਹ ਸਿਰਜੇ ਆ ਕਿ ਪਹਿਲਾਂ ਤਾਂ ਇਹ ਹੈ ਕਿ ਜਿੱਥੇ ਬਿਲਕੁਲ ਹੀ ਸੀਮਤ ਰਹਿੰਦਾ ਆ, ਕੋਈ ਜ਼ਿਆਦਾ ਉਹਦੇ ਉੱਪਰ ਚਰਚਾ ਨਹੀਂ ਹੁੰਦੀ। ਦੂਜਾ ਇਹ ਹੈ ਕਿ ਉਹ ਥੋੜਾ ਬਹੁਤਾ ਚਰਚਾ ਦੇ ਵਿੱਚ ਆ ਜਾਂਦਾ ਹੈ। ਫਿਰ ਉਹਨਾਂ ਨੇ ਦਿਖਾਇਆ ਜਿਹੜੀ ਤੁਸੀਂ ਵੀ ਜ਼ਿਕਰ ਕੀਤਾ ਕਿ ਜਿਹੜੀਆਂ ਨਾਮਵਰ ਹਸਤੀਆਂ ਨੇ ਜਾਂ ਵੈਰੀਫਾਈਡ ਪ੍ਰੋਫਾਈਲਸ ਨੇ, ਆਪਾਂ ਦੇਖਦੇ ਹਾਂ ਫੇਸਬੁੱਕ ਦੇ ਉੱਪਰ ਵੀ ਜਾਂ ਟਵਿੱਟਰ ਦੇ ਉੱਪਰ ਵੀ ਕਿ ਇੱਕ ਨੀਲੇ ਜਿਹੇ ਰੰਗ ਦਾ ਹੁੰਦਾ ਉਹਦੇ ਚ ਠੀਕਾ ਲੱਗਾ ਹੁੰਦਾ, ਹਾਂ ਵੈਰੀਫਾਈਡ ਹੈ। ਉਹ ਵੈਰੀਫਾਈਡ ਪ੍ਰੋਫਾਈਲਸ ਵਾਲੇ ਜਿਹੜੇ ਲੋਕ ਹੈ ਉਹਨਾਂ ਦੇ ਵੱਲੋਂ ਜਾਂ ਸੈਲੀਬ੍ਰਿਟੀਜ਼ ਦੇ ਵੱਲੋਂ ਇਹ ਮਤਲਬ ਬੇਸਿਕਲੀ ਐਂਪਲੀਫਾਇਰ ਦਾ ਕੰਮ ਕਰਦੇ ਆ, ਕਿਸੇ ਗੱਲ ਨੂੰ ਬਹੁਤ ਜ਼ਿਆਦਾ ਅੱਗੇ ਪਹੁੰਚਾ ਦੇਣਾ। ਮਤਲਬ ਇੱਕ ਕਿਸੇ ਨੇ ਕੋਈ ਚੀਜ਼ ਪਾਈ ਆ, ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉਹਨੂੰ ਦੇਖ ਰਹੇ ਨੇ, ਤੇ ਜਦੋਂ ਇੱਕ ਵੈਰੀਫਾਈਡ ਅਕਾਊਂਟ ਜਿਹਦੇ ਲੱਖਾਂ ਫਾਲੋਅਰ ਆ ਉਹ ਉਹਨੂੰ ਅੱਗੇ ਇੰਡੋਰਸ ਕਰ ਦਿੰਦਾ ਹੈ ਜਾਂ ਲਾਈਕ ਜਿਹੜਾ ਰੀਟਵੀਟ ਕਰ ਦਿੰਦਾ, ਤੇ ਫਿਰ ਹਜ਼ਾਰਾਂ ਤੋਂ ਸਿੱਧਾ ਲੱਖਾਂ ਦੇ ਵਿੱਚ ਉਹਦੀ ਗਿਣਤੀ ਜਿਹੜੀ ਆ ਉਹ ਪਹੁੰਚ ਜਾਂਦੀ ਹੈ। ਤੋ ਇਸ ਤਰੀਕੇ ਦੇ ਨਾਲ ਮਤਲਬ ਇਹ ਸਾਰਾ ਚੱਲਦਾ ਰਿਹਾ, ਔਰ ਉਹਦੇ ਵਿੱਚ ਆਇਡੈਂਟੀਫਾਈ ਉਹਨਾਂ ਨੇ ਇਸ ਤਰ੍ਹਾਂ ਦੇ ਨਾਲ ਕੀਤਾ ਕਿ ਲਗਭਗ ਜਿਹੜੀ ਸਮੱਗਰੀ ਹੈ ਉਹ ਵੱਖ-ਵੱਖ ਪ੍ਰੋਫਾਈਲਾਂ ਤੋਂ ਇੱਕੋ ਤਰ੍ਹਾਂ ਦੀ ਪਾਈ ਜਾ ਰਹੀ ਹੈ। ਔਰ ਉਹਨਾਂ ਦੀਆਂ ਜਿਹੜੀਆਂ ਬਾਇਓਗ੍ਰਾਫੀਜ਼ ਲਿਖੀਆਂ, ਬਾਇਓ ਉਹਨਾਂ ਨੇ ਆਪਣੇ ਬਾਰੇ ਦੇ ਵਿੱਚ ਲਿਖੀ ਹੋਈ ਹੈ, ਉਹ ਇੱਕੋ ਜਿਹੀ ਲਿਖੀ ਹੋਈ ਹੈ। ਸੈਲੀਬ੍ਰਿਟੀਜ਼ ਜਾਂ ਫਿਲਮ ਸਟਾਰ ਜਾਂ ਕੁਝ ਇੱਕ ਹੋਰ ਅਜਿਹੀਆਂ ਹਸਤੀਆਂ ਉਹਨਾਂ ਦੀਆਂ ਤਸਵੀਰਾਂ ਲਾ ਕੇ ਉਹ ਅਕਾਊਂਟ ਬਣਾਏ। ਇੱਕ ਗੱਲ ਇਹ ਵੀ ਖਾਸ ਧਿਆਨ ਚ ਰੱਖਣ ਵਾਲੀ ਹੈ ਕਿ ਇਹ ਜਿੰਨੇ ਵੀ ਅਕਾਊਂਟ ਆ ਉਹ ਸਿੱਖਾਂ ਦੇ ਨਾਵਾਂ ਦੇ ਉੱਪਰ ਹੀ ਬਣਾਏ ਗਏ। ਬਿਲਕੁਲ ਬਿਲਕੁਲ। ਉਹ ਮਤਲਬ ਇਹ ਦਾਅਵਾ ਕਰਦੇ ਸੀਗੇ ਕਿ ਜੋ ਜਾਣਕਾਰੀ ਅਸੀਂ ਪਾ ਰਹੇ ਹਾਂ ਜਾਂ ਜੋ ਅਸੀਂ ਕਹਿ ਰਹੇ ਹਾਂ ਉੱਥੇ ਮਤਲਬ ਉਹਨੂੰ ਹੈਸ਼ਟੈਗ ਕਰਦੇ ਸੀ ਰੀਅਲ ਸਿੱਖ
ਤੇ ਜਿੱਥੇ ਵੀ ਕਿਤੇ ਮਤਲਬ ਸੰਘਰਸ਼ ਦੀ ਗੱਲ ਸੀਗੀ ਜਾਂ ਸਿੱਖਾਂ ਦੇ ਪੱਖ ਦੀ ਗੱਲ ਸੀਗੀ ਉੱਥੇ ਉਹਨੂੰ ਹੈਸ਼ਟੈਗ ਕਰ ਦਿੰਦੇ ਸੀ ਫੇਕ ਸਿੱਖ, ਵੀ ਇਹ ਮਤਲਬ ਝੂਠੇ ਸਿੱਖ ਨੇ, ਅਸੀਂ ਜਿਹੜੇ ਆ ਉਹ ਸਹੀ ਹੈ। ਦੂਸਰਾ ਇਹ ਗੱਲ ਤਾਂ ਹੈਗੀ ਹੈ ਕਿ ਇਸ ਤਰੀਕੇ ਦੇ ਨਾਲ ਮਤਲਬ ਸਾਰਾ ਇਹ ਵਿਉਂਤਣ ਦੀ ਜਾਂ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਹੜਾ ਤਾਂ ਆਪਣੀ ਗੱਲਬਾਤ ਦੇ ਸ਼ੁਰੂ ਦੇ ਵਿੱਚ ਮੈਂ ਕੀਤਾ ਸੀਗਾ ਕਿ ਇਹਦੇ ਤੋਂ ਇਸ ਗੱਲ ਦੇ ਵੱਲ ਤਵੱਜੋ ਜ਼ਰੂਰ ਜਾਣੀ ਚਾਹੀਦੀ ਹੈ। ਹੁਣ ਦੇਖਣ ਵਾਲੀ ਗੱਲ ਹੋਊਗੀ ਕਿ BBC ਦੇ ਵੱਲੋਂ ਇਹ ਖਬਰ ਛਾਇਆ ਕਰਨ ਤੋਂ ਬਾਅਦ ਇੰਡੀਆ ਦਾ ਜਿਹੜਾ ਲੋਕਲ ਮੀਡੀਆ ਆ ਉਹ ਕਿੰਨਾ ਕਿ ਇਸ ਗੱਲ ਨੂੰ ਸੀਰੀਅਸਲੀ ਲੈਂਦਾ ਆ, ਕਿਉਂਕਿ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਗੰਭੀਰ ਗੱਲ ਹੈ। ਔਰ ਦੂਜਾ ਇਹ ਹੈ ਕਿ ਗਵਰਨਮੈਂਟ ਆਫ ਇੰਡੀਆ ਨੇ ਬਕਾਇਦਾ ਇੱਕ ਪਲਾਨ ਜਿਹੜਾ ਉਹ 2018 ਦੇ ਵਿੱਚ ਸੋਸ਼ਲ ਮੀਡੀਆ ਨੈਟਵਰਕਿੰਗ ਹੱਬ ਦਾ ਜਿਹੜਾ ਸੀਗਾ ਉਹ ਕੀਤਾ ਸੀ, ਔਰ ਉਹਦਾ ਜਿੰਨਾ ਵੀ ਕਾਰਜ ਜਾਂ ਉਸ ਸਮੇਂ ਜੋ ਖਦਸ਼ੇ ਜ਼ਾਹਰ ਕੀਤੇ ਗਏ ਸੀਗੇ ਉਹ ਬਿਲਕੁਲ ਹੀ ਇਸ ਰਿਪੋਰਟ ਦੇ ਵਿੱਚ ਉਹ ਪ੍ਰਤੱਖ ਰੂਪ 'ਚ ਹੋ ਕੇ ਸਾਹਮਣੇ ਆਏ ਆ। ਸੋ ਇਹ ਇਸ ਪੱਖ ਤੋਂ ਵੀ ਮਤਲਬ ਦੇਖਣ ਵਾਲੀ ਗੱਲ ਹੈਗੀ ਕਿ ਕੀ ਜਿਹੜੀ ਉਹ ਸੋਸ਼ਲ ਮੀਡੀਆ ਨੈਟਵਰਕਿੰਗ ਹੱਬ ਦਾ ਪਲਾਨ ਆਫੀਸ਼ੀਅਲੀ ਡ੍ਰੌਪ ਕਰ ਦਿੱਤਾ ਗਿਆ ਸੀਗਾ, ਕੀ ਸਰਕਾਰ ਨੇ ਉਹ ਸੈਟਅਪ ਕਰ ਲਈ ਹੈ ਤੇ ਕੀ ਇਸ ਮਾਮਲੇ ਦੇ ਵਿੱਚ ਉਹਦੀ ਜਿਹੜੀ ਪਹਿਲੀ ਵਾਰੀ ਦੁਰਵਰਤੋਂ ਹੋਈ ਆ ਉਹ ਸਿੱਖਾਂ ਦੇ ਖਿਲਾਫ ਹੋਈ ਹੈ। ਮਤਲਬ ਮੈਨੂੰ ਲੱਗਦਾ ਕਿ ਇਸ ਸਪੈਕਟਰਮ ਤੱਕ ਇਸ ਗੱਲਬਾਤ ਨੂੰ ਲੈ ਕੇ ਜਾਣ ਦੀ ਜ਼ਰੂਰਤ ਹੈਗੀ ਹੈ, ਪਰ ਉਹਦੇ ਵਿੱਚ ਹੁਣ ਜ਼ਾਹਰ ਦੀ ਗੱਲ ਹੈ, ਦੇਖਣ ਵਾਲੀ ਗੱਲ ਹੋਊਗੀ ਕਿ ਕੀ ਉਹਦੇ ਵਿੱਚ ਮਤਲਬ ਇੰਡੀਆ ਦਾ ਜਿਹੜਾ ਲੋਕਲ ਮੀਡੀਆ ਹੈਗਾ, ਖਾਸ ਕਰਕੇ ਜਿਹੜੇ ਕੁਝ ਹਿੱਸੇ ਦਾਅਵਾ ਕਰਦੇ ਨੇ ਕਿ ਅਸੀਂ ਮਤਲਬ ਇੱਥੇ ਲੋਕਤੰਤਰ ਦੀ ਜਾਂ ਫ੍ਰੀ ਪ੍ਰੈਸ ਦੀ ਆਵਾਜ਼ ਨੂੰ ਚੁੱਕਣਾ ਚਾਹੁੰਦੇ ਹਾਂ, ਕਿ ਉਹ ਇਸ ਨੁਕਤੇ ਨੂੰ ਲੈਂਦੇ ਨੇ ਜਾਂ ਉਭਾਰਦੇ ਨੇ, ਇਹ ਗੱਲ ਜ਼ਰੂਰ ਦੇਖਣ ਵਾਲੀ ਹੋਊਗੀ। ਪਰ ਇੱਕ ਜਿਹੜੀ ਬੜੀ ਡਿਸਅਪੁਆਇੰਟਿੰਗ ਗੱਲ ਹੈ ਵੀ ਜਦੋਂ ਇਦਾਂ ਦਾ ਜਿਹੜਾ ਪ੍ਰਚਾਰ ਸਿੱਖਾਂ ਦੇ ਖਿਲਾਫ ਹੁੰਦਾ ਹੈ ਔਰ ਉਹਨੂੰ ਟਾਕਰਾ ਕਰਨ ਦੇ ਲਈ ਸਾਡੇ ਕੋਲ ਇਨਫ ਜਿਹੜਾ ਹੈ ਇਨੀਸ਼ੀਏਟਿਵ ਨਹੀਂ ਲੈਂਦੇ ਲੋਕ, ਜਦਕਿ ਸੰਸਥਾਵਾਂ ਜਿਹੜੀਆਂ ਨੇ ਸਾਡੀਆਂ SGPC ਵਰਗੀਆਂ ਉਹਨਾਂ ਦਾ ਖਰਬਾਂ ਅਰਬਾਂ ਦਾ ਬਜਟ ਹੈ ਔਰ ਉਹਨਾਂ ਨੇ ਜਿਹੜੀ ਧਾੜਾਂ ਦੀਆਂ ਧਾੜਾਂ ਇਕੱਠੀਆਂ ਕੀਤੀਆਂ ਹੋਈਆਂ ਨੇ, ਜਿਹੜਾ ਪਬਲਿਕ ਰਿਲੇਸ਼ਨ ਆਫੀਸਰ ਔਰ ਲੋਕ ਸੰਪਰਕ ਵਿਭਾਗ ਹੈ ਉਹਨਾਂ ਦਾ। ਸੋ ਕਿਉਂ ਜਿਹੜਾ ਹੈਗਾ ਇਹ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਜਾਂ ਜਿਹੜੇ ਸਾਡੇ ਸਿੱਖ ਲੀਡਰ ਨੇ ਇਹਦੇ ਖਿਲਾਫ ਜਿਹੜਾ ਹੈ ਕੋਈ ਨਾ ਕੋਈ ਮੁਹਿੰਮ ਕਿਉਂ ਨਹੀਂ ਵਿੱਢਦੇ? ਦੇਖੋ, ਇਸ ਸਮੇਂ ਜੇਕਰ ਆਪਾਂ ਕੁੱਲ ਮਿਲਾ ਕੇ ਸਥਿਤੀ ਦੇਖੀਏ ਤਾਂ ਸਿੱਖ ਲੀਡਰਸ਼ਿਪ ਜਾਂ ਸਿੱਖ ਅਗਵਾਈ ਦੇ ਵਿੱਚ ਬਿਲਕੁਲ ਖਿੰਡਾਓ ਦੀ ਸਥਿਤੀ ਹੈਗੀ ਹੈ। ਕੋਈ ਵੀ ਲੀਡਰਸ਼ਿਪ ਦੇ ਪੱਖ ਤੋਂ ਜੇ ਗੱਲ ਕਰੀਏ ਤਾਂ ਕੇਂਦਰੀ ਧੁਰਾ ਜਿਹੜਾ ਆ ਉਹ ਇਸ ਵੇਲੇ ਨਹੀਂ ਬਚਿਆ ਹੋਇਆ। ਜਿੰਨੀ ਕੁ ਲੀਡਰਸ਼ਿਪ ਰਿਸੋਰਸਿਸ ਦੇ ਉੱਪਰ ਕਾਬਜ਼ ਜਾਂ ਸਾਧਨ ਸਮਰੱਥਾ ਦੇ ਉੱਪਰ ਕਾਬਜ਼ ਹੈਗੀ ਹੈ ਉਹ ਆਪਣੀ ਭਰੋਸੇਯੋਗਤਾ ਸਿੱਖਾਂ ਦੇ ਵਿੱਚ ਗਵਾ ਚੁੱਕੀ ਹੈ, ਹਨਾ, ਜਿਹਦੇ ਵਿੱਚੋਂ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਗੱਲ ਕਰਦੇ ਹੋ ਜਾਂ ਸਿਆਸੀ ਜਮਾਤ ਦੇ ਤੌਰ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੀ ਵੀ ਆਪਾਂ ਗੱਲ ਕਰਦੇ ਹਾਂ। ਸੋ ਅਜਿਹੀ ਸਥਿਤੀ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਜਦੋਂ ਇੱਕ ਤਰ੍ਹਾਂ ਦੇ ਨਾਲ ਖਿਲਾਰੇ ਦੀ ਸਥਿਤੀ ਬਣੀ ਹੋਈ ਹੋਵੇ ਉੱਥੇ ਇਹੋ ਜਿਹੀਆਂ ਸੰਸਥਾਵਾਂ ਦੇ ਵੱਲੋਂ ਰੋਲ ਨਹੀਂ ਨਿਭਾਇਆ ਜਾਣਾ। ਇਹ ਮਤਲਬ ਠੀਕ ਆ, ਆਪਣੇ ਵੀ ਮਨ 'ਚ ਹੁੰਦਾ ਕਿ ਜਦੋਂ ਇੱਕ ਕੋਆਰਡੀਨੇਟਡ ਤਰੀਕੇ ਦੇ ਨਾਲ ਬੜੇ ਵਿਉਂਤਬੱਧ ਤਰੀਕੇ ਦੇ ਨਾਲ ਔਰ ਸਾਧਨ ਸਮਰੱਥਾ ਦੇ ਨਾਲ ਤੁਹਾਡੇ ਉੱਪਰ ਹਮਲਾ ਹੋ ਰਿਹਾ ਤਾਂ ਇੱਧਰੋਂ ਵੀ ਕੁਛ ਨਾ ਕੁਛ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਹੜਾ ਬਜਵੇਂ ਰੂਪ ਦੇ ਵਿੱਚ ਸਾਧਨ ਸਮਰੱਥਾ ਨੂੰ ਲੈ ਕੇ ਉਹਦਾ ਮੁਕਾਬਲਾ ਕਰੇ। ਪਰ ਇਸ ਮਾਮਲੇ ਦੇ ਇਸ ਸਾਰੇ ਮਸਲੇ ਦੇ ਵਿੱਚ ਜਿਹੜੀ ਦੇਖਣ ਵਾਲੀ ਗੱਲ ਹੈ ਕਿ ਜਿਹੜਾ ਆਪਣੇ ਤੌਰ ਦੇ ਉੱਪਰ ਵੱਖ-ਵੱਖ ਸਿੱਖਾਂ ਦੇ ਹਿੱਸਿਆਂ ਨੇ ਆਪਣੀ ਸਮਰੱਥਾ ਪੈਦਾ ਕਰ ਲਈ ਆ ਉਹ ਵੀ ਘੱਟ ਨਹੀਂ ਹੈਗੀ। ਮਤਲਬ ਹੈਰਾਨੀ ਦੀ ਗੱਲ ਹੋਈ ਕਿ ਜਦੋਂ ਇਹ ਸੰਘਰਸ਼ ਸ਼ੁਰੂ ਵੀ ਹੋਇਆ ਸੀਗਾ ਬਿਨਾਂ ਕਿਸੇ ਬੱਝਵੇਂ ਸਾਧਨ ਸਮਰੱਥਾ ਤੋਂ ਜਾਂ ਬੱਝਵੀਂ ਅਗਵਾਈ ਤੋਂ, ਮਤਲਬ ਆਪਾਂ ਦੇਖਿਆ ਕਿ ਦਿਨਾਂ ਦੇ ਵਿੱਚ ਹੀ ਜਿਹੜੇ ਹੈਸ਼ਟੈਗ ਸਿੱਖਾਂ ਦੇ ਨੌਜਵਾਨ ਬਾਹਰ ਬੈਠੇ ਹੋਏ ਚਲਾਉਂਦੇ ਸੀਗੇ ਉਹੀ ਟਵਿੱਟਰ ਦੇ ਉੱਪਰ ਟ੍ਰੈਂਡ ਕਰਦੇ ਸੀਗੇ। ਬਿਲਕੁਲ। ਔਰ ਇੱਥੋਂ ਤੱਕ ਕਿ ਮਤਲਬ ਇਹ ਵੀ ਕਿਹਾ ਗਿਆ ਵੀ ਜੇ ਕਿਸਾਨ ਨੇ ਤੇ ਇਹਨਾਂ ਨੂੰ ਇਹ ਕਿੱਦਾਂ ਪਤਾ ਹੈ ਕਿ ਟਵਿੱਟਰ ਦੇ ਉੱਪਰ ਇਸ ਤਰ੍ਹਾਂ ਟ੍ਰੈਂਡ ਕਰਾ ਲਈਦਾ ਕਿਸਾਨ ਨੂੰ ਤੇ ਪਤਾ। ਮਤਲਬ ਇੰਡੀਅਨ ਮੀਡੀਆ ਨੇ ਉਹ ਪਿੱਟ ਸਿਆਪਾ ਜਿਹੜਾ ਉਹ ਪਾਇਆ ਕਿਉਂਕਿ ਉਹ ਬਿਲਕੁਲ ਇਹ ਪਹਿਲੀ ਵਾਰ ਹੋਇਆ ਸੀ। BJP ਨੂੰ ਬੜੀ ਸਾਧਨ ਸਮਰੱਥਾ ਵਾਲੀਆਂ ਧਿਰਾਂ ਜਿਹੜੀਆਂ ਇੰਡੀਆ ਦੇ ਵਿੱਚ ਹੈਗੀਆਂ ਉਹ ਵੀ ਇਸ ਪੱਧਰ ਦੇ ਉੱਤੇ ਚੁਣੌਤੀ ਨਹੀਂ ਸੀ ਦੇ ਸਕੀਆਂ। BJP ਦਾ IT ਸੈੱਲ ਮਤਲਬ ਪੂਰੀ ਦੁਨੀਆ 'ਚ ਮੰਨਿਆ ਜਾਂਦਾ ਆ ਕਿ ਇਟ ਇਜ਼ ਵੈਲ ਕੋਆਰਡੀਨੇਟਡ ਤੇ ਬਹੁਤ ਜ਼ਿਆਦਾ ਸਾਧਨ ਸਮਰੱਥਾ ਵਾਲਾ ਹੈਗਾ। ਉਹਨੂੰ ਵੀ ਜੇ ਨਾਕਾਮ ਕੀਤਾ ਤੇ ਉਹ ਮਤਲਬ ਸਿੱਖ ਨੌਜਵਾਨਾਂ ਨੇ ਖਾਸ ਕਰਕੇ ਜਿਹਦੇ ਵਿੱਚ ਆਪਾਂ ਕਹੀਏ ਕਿ ਪੰਜਾਬ ਦੇ ਤੋਂ ਬਾਹਰ ਜਿਹੜੇ
ਸਿੱਖ ਨੌਜਵਾਨ ਹੈਗੇ ਆ, ਖਾਸ ਕਰਕੇ ਵਿਦੇਸ਼ਾਂ ਦੇ ਵਿੱਚ, ਉਹਨਾਂ ਦੇ ਵੱਲੋਂ ਹੀ ਇਹ ਕੀਤਾ ਗਿਆ। ਔਰ ਫਿਰ ਇਹ ਹੈ ਕਿ ਲੌਬਿੰਗ ਦੀ ਵੀ ਇੱਕ ਪਾਵਰ ਜਿਹੜੀ ਆ ਉਹ ਦਿਖਾਈ ਗਈ ਕਿ ਕਿੰਨੇ ਜ਼ਿਆਦਾ ਮਤਲਬ ਜਿਹੜੇ ਸੈਲੀਬ੍ਰਿਟੀ ਸੀਗੇ ਦੁਨੀਆ ਲੈਵਲ ਦੇ, ਅਕਸਰ ਤਾਂ ਉਹਨਾਂ ਤੱਕ ਕਿਸੇ ਨੇ ਗੱਲ ਪਹੁੰਚਾਈ ਨਾ ਕਿ ਤੁਸੀਂ ਇਹ ਮੁੱਦੇ ਦੇ ਉੱਪਰ ਗੱਲ ਜਿਹੜੀ ਆ ਉਹ ਕਿਉਂ ਨਹੀਂ ਕਰ ਰਹੇ। ਔਰ ਇੰਡੀਆ ਦੇ ਵਿੱਚ ਖਾਸ ਕਰਕੇ ਇਹ ਗੱਲ ਚਰਚਾ ਦੇ ਵਿੱਚ ਵੀ ਆਈ ਕਿ ਪਹਿਲੀ ਵਾਰ ਹੋਇਆ, ਮਤਲਬ ਅਸੀਂ ਵੀ ਆਬਜ਼ਰਵ ਕਰਦੇ ਰਹਿੰਦੇ ਹਾਂ, ਇਹ ਪਹਿਲੀ ਵਾਰ ਹੋਇਆ ਕਿ ਬੀਜੇਪੀ ਦਾ IT ਸੈੱਲ ਕਿਸੇ ਨੇ ਫੇਲ ਕੀਤਾ ਹੋਵੇ। ਬਿਲਕੁਲ ਬਿਲਕੁਲ ਇਹ ਗੱਲ ਠੀਕ ਆ, ਜਥੇਬੰਦਕ ਤੌਰ ਦੇ ਉੱਪਰ ਜਾਂ ਲੀਡਰਸ਼ਿਪ ਦੇ ਤੌਰ ਦੇ ਉੱਪਰ ਜੇ ਆਪਾਂ ਦੇਖਦੇ ਫਿਰ ਤਾਂ ਬਹੁਤ ਵੱਡਾ ਫੇਲਿਅਰ ਨਜ਼ਰ ਆਉਂਦਾ, ਪਰ ਜੇਕਰ ਆਪਾਂ ਲੋਕਾਂ ਦੇ ਪੱਧਰ ਦੇ ਉੱਪਰ ਦੇਖਦੇ ਹਾਂ ਤਾਂ ਆਪਣੇ ਮਤਲਬ ਆਪਾਂ ਕਹੀਏ ਕਿ ਜਿਹੜੀ ਕਾਮਯਾਬੀ ਆ ਉਹ ਆਪਣੀ ਝੋਲੀ ਦੇ ਵਿੱਚ ਪਈ ਹੈ। ਠੀਕ ਹੈ ਗਾਜੀ ਸਾਹਿਬ, ਮੈਂ ਇਸ ਗੱਲ ਦੀ ਜਿਹੜੀ ਤਾਇਦ ਕਰਦਾ, ਜਿਹੜੀ ਤੁਸੀਂ ਗੱਲ ਕਹੀ ਹੈ ਪ੍ਰੋੜਤਾ ਕਰਦਾ ਕਿ ਜਿਹੜਾ ਕਿਸਾਨ ਸੰਘਰਸ਼ ਵੀ ਸੀਗਾ ਉਹ ਕਿਸੇ ਨੇਤਾ ਦਾ, ਕਿਸੇ ਇੱਕ ਵਿਅਕਤੀ ਦਾ ਨਹੀਂ ਸੀ, ਉਹਦੇ ਵਿੱਚ ਆਪ ਮੁਹਾਰੇ ਜਿਹੜਾ ਹੈ ਮੋਰਚੇ ਦੇ ਵਿੱਚ ਸੰਗਤਾਂ ਦਾ ਹੜ੍ਹ ਆ ਗਿਆ। ਮੈਂ ਸੰਗਤ ਵਰਡ ਯੂਜ਼ ਕਰਾਂਗਾ ਕਿਉਂਕਿ ਜਿਹੜੀ ਸਿੱਖ ਕੌਮ ਹੈ ਹਮੇਸ਼ਾ ਜਿਹੜਾ ਹੈ ਅਤਿਆਚਾਰ ਦੇ ਖਿਲਾਫ, ਇਨਜਸਟਿਸ ਦੇ ਖਿਲਾਫ ਖੜੀ ਹੋਈ ਹੈ, ਚਾਹੇ ਉਹ ਜਲਿਆਂਵਾਲਾ ਬਾਗ ਹੋਵੇ, ਚਾਹੇ ਉਹ ਜੈਤੋ ਦਾ ਮੋਰਚਾ ਹੋਵੇ, ਚਾਹੇ ਨਨਕਾਣਾ ਸਾਹਿਬ ਦਾ ਮੋਰਚਾ ਹੋਵੇ, ਚਾਹੇ ਧਰਮਯੁੱਧ ਮੋਰਚਾ ਹੋਵੇ, ਚਾਹੇ ਪੰਜਾਬ ਦੇ ਪਾਣੀਆਂ ਦਾ, ਪੰਜਾਬੀ ਬੋਲਦੇ ਇਲਾਕਿਆਂ ਦਾ, ਚਾਹੇ ਪੰਜਾਬ ਬਣਾਉਣ ਲਈ ਪੰਜਾਬੀ ਸੂਬੇ ਦਾ ਮੋਰਚਾ ਹੋਵੇ। ਸੋ ਜਿਹੜੇ ਲੋਕ ਨੇ ਆਪਣੇ ਘਰੋਂ ਸਿਰ ਧੜ ਤੇ ਬਾਜੀ ਲਗਾ ਕੇ ਨਿਕਲ ਪੈਂਦੇ ਨੇ, ਕਫਨ ਬਣ ਕੇ ਨਿਕਲ ਪੈਂਦੇ ਨੇ। ਔਰ ਇਸੇ ਤਰ੍ਹਾਂ ਜਿਹੜਾ ਹੈ ਇਹ ਜਿਹੜਾ ਕਿਸਾਨੀ ਮੋਰਚਾ ਹੈ ਇਹ ਅਸਲ ਦੇ ਵਿੱਚ ਜੇ ਇਹਨੂੰ ਜਿਹੜਾ ਹੈ ਕਹਿ ਲਿਆ ਜਾਵੇ ਕਿ ਜਿਹੜੇ ਆਪ ਮੁਹਾਰੇ ਜਿਹੜੇ ਭਾਵਨਾਵਾਂ ਦੇ ਵਿੱਚ ਵਹਿ ਕੇ ਲੋਕ ਪੰਜਾਬ ਤੋਂ ਚੱਲ ਪਏ ਨੇ ਔਰ ਸਾਲ ਹੋ ਗਿਆ ਉੱਥੇ ਬੈਠੇ ਨੇ, ਵਾਪਸ ਨਹੀਂ ਗਏ। ਉਸੇ ਤਰ੍ਹਾਂ ਜਦੋਂ ਇਦਾਂ ਦਾ ਕੋਈ ਸੋਸ਼ਲ ਮੀਡੀਆ ਤੇ ਅਟੈਕ ਹੁੰਦਾ ਤੇ ਜਿਹੜੇ ਕੈਨੇਡਾ, ਅਮਰੀਕਾ ਜਾਂ ਹੋਰ ਬਾਹਰਲੇ ਦੇਸ਼ਾਂ 'ਚ ਬੈਠੇ ਹੋਏ ਨੌਜਵਾਨ ਨੇ, ਜਿਹੜੇ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਏ ਨੇ, ਜਾਂ ਪੰਜਾਬ ਦਾ ਪੜ੍ਹਾ ਲਿਖਿਆ ਤਬਕਾ ਜਿਹੜਾ ਟਵਿੱਟਰ ਨੂੰ ਯੂਜ਼ ਕਰਦਾ ਹੈ, ਜਿਹਨਾਂ ਨੂੰ ਕੰਪਿਊਟਰ ਦਾ, ਟੈਕਨੋਲੋਜੀ ਦਾ ਪਤਾ ਹੈ, ਉਹ ਇਹਨਾਂ ਜਿਹੜੇ ਯਤਨ ਨੇ, ਕੋਝੇ ਯਤਨ ਨੇ ਬੀਜੇਪੀ ਦੇ IT ਸੈੱਲ ਵੱਲੋਂ ਉਹਨੂੰ ਜਿਹੜਾ ਹੈ ਉਹਦਾ ਜਵਾਬ ਦਿੰਦੇ ਨੇ ਔਰ ਉਹਨਾਂ ਦੇ ਨਾਲ ਆਨਲਾਈਨ ਜਾ ਕੇ ਜਿਹੜਾ ਹੈ ਬਹਿਸ ਕਰਦੇ ਨੇ, ਉਹਨਾਂ ਨਾਲ ਗੱਲਬਾਤ, ਜਿਹੜਾ ਉਹਨਾਂ ਦਾ ਹਰ ਇੱਕ ਜਿਹੜਾ ਉਹਨਾਂ ਦਾ ਪ੍ਰਚਾਰ ਹੈ, ਦੁਸ਼ਪ੍ਰਚਾਰ ਹੈ, ਉਹਦਾ ਟਾਕਰਾ ਕਰਦੇ ਨੇ। ਇਹ ਆਪ ਮੁਹਾਰੇ ਇੱਕ ਤਰ੍ਹਾਂ ਨਾਲ ਵਲੰਟੀਅਰ ਸੇਵਾ ਕਰਦੇ ਨੇ। ਪਰ ਜਿਹੜੀ ਮੈਂ ਗੱਲ ਇਹ ਕਹਿ ਰਿਹਾ ਸੀ ਤੁਹਾਨੂੰ ਕਿ ਜਿਹੜੀਆਂ ਸਾਡੀਆਂ ਸਿੱਖ ਪੋਲੀਟੀਕਲ ਜਥੇਬੰਦੀਆਂ ਕਹਿ ਲਓ ਜਾਂ ਸਿੱਖ ਅਹੁਦੇਦਾਰੀਆਂ ਵਾਲੀਆਂ ਜਥੇਬੰਦੀਆਂ ਕਹਿ ਲਓ, ਜਿਨ੍ਹਾਂ ਦਾ ਮੂਲ ਰੂਪ ਦੇ ਵਿੱਚ ਜਿਹੜਾ ਜ਼ਿੰਮੇਵਾਰੀ ਹੈ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਔਰ ਸਿੱਖਾਂ ਦੇ ਬਾਰੇ ਜਿਹੜਾ ਹੈ ਇੱਕ ਵਧੀਆ ਮਾਹੌਲ ਪੈਦਾ ਕਰਨਾ ਔਰ ਕਲਚਰ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਉਣਾ, ਉਹ ਹੱਥ ਤੇ ਹੱਥ ਧਰ ਕੇ ਬੈਠੀਆਂ ਨੇ, ਕੁਝ ਵੀ ਨਹੀਂ ਕਰ ਰਹੀਆਂ। ਉਹ ਚਾਹੇ ਉਹ ਜਿਹੜਾ ਸਿੱਖਾਂ ਨੂੰ ਈਸਾਈਆਂ ਦੇ ਵਿੱਚ ਕਨਵਰਟ ਕਰਨ ਦਾ ਮੁੱਦਾ ਹੋਵੇ, ਚਾਹੇ ਇਹ ਜਿਹੜਾ ਬੀਜੇਪੀ ਦਾ IT ਸੈੱਲ ਹੈ ਉਹਨੂੰ ਜਵਾਬ ਦੇਣ ਦਾ ਮੁੱਦਾ ਹੋਵੇ। ਔਰ ਬੜੀ ਹੈਰਾਨੀ ਹੁੰਦੀ ਹੈ ਵੀ ਜਿਹੜਾ SGPC ਦੇ ਕੋਲ ਘੱਟੋ ਘੱਟ 10-15 ਜਿਹੜੇ ਇਦਾਂ ਦੇ ਚਿੱਟੇ ਹਾਥੀ ਰੱਖੇ ਨੇ ਉਹਨਾਂ ਨੇ, ਜਿਹੜੇ ਤਨਖਾਹ ਮੋਟੀਆਂ ਤਨਖਾਹਾਂ ਲੈਂਦੇ ਨੇ, ਜਿਹਨਾਂ ਨੂੰ ਕਮਿਊਨੀਕੇਸ਼ਨ ਔਰ ਪਬਲਿਕ ਆਫਿਸਰ ਕਿਹਾ ਜਾਂਦਾ ਹੈ, ਪਬਲਿਕ ਰਿਲੇਸ਼ਨ ਆਫਿਸਰ ਕਿਹਾ ਜਾਂਦਾ ਹੈ। ਸੋ ਉਹ ਕੁਝ ਵੀ ਨਹੀਂ ਕਰ ਰਹੇ ਔਰ ਇਹਦਾ ਕਾਰਨ ਸ਼ਾਇਦ ਇਹ ਹੈ ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਤੁਸੀਂ ਇਹ ਕਿਹਾ ਵੀ ਜਿਹੜੀ ਲੀਡਰਸ਼ਿਪ ਖਿੰਡੀ ਹੋਈ ਹੈ, ਮੈਂ ਕਹਾਂਗਾ ਕਿ ਅੱਜ ਦੇ ਦੌਰ ਦੇ ਵਿੱਚ ਸਿੱਖ ਪੰਥ ਦੇ ਕੋਲ ਕੋਈ ਵੀ ਵਾਹਦ ਨੇਤਾ ਨਹੀਂ ਹੈ ਜਿਹੜਾ ਸਿੱਖਾਂ ਦੇ ਹੱਕ ਦੀ ਗੱਲ ਕਰ ਸਕੇ। ਜਿੰਨੇ ਵੀ ਨੇਤਾ ਨੇ ਉਹਨਾਂ ਨੂੰ ਆਪਣੀ ਪਈ ਹੋਈ ਹੈ ਔਰ ਉਹ ਸਵਾਰਥੀ ਨੇਤਾ ਨੇ। ਇਹ ਗੱਲ ਤੁਹਾਡੀ ਠੀਕ ਹੈ ਕਿ ਕੋਈ ਵੀ ਬਜਵੇਂ ਰੂਪ ਦੇ ਵਿੱਚ ਲੀਡਰਸ਼ਿਪ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਬਜਵੇਂ ਰੂਪ ਦੀ ਬਾਕੀ ਨਹੀਂ ਰਹੀ। ਇਸ ਸੰਘਰਸ਼ ਦੇ ਵਿੱਚ ਵੀ ਅਸੀਂ ਇਹ ਦੇਖਿਆ, ਇੱਕ ਦੋ ਵਾਰ ਸ਼ਾਇਦ ਕਿਸੇ ਇਸੇ ਤਰ੍ਹਾਂ ਹੀ ਆਪਣੇ ਵਿਦੇਸ਼ੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ, ਇਹ ਗੱਲ ਔਨ ਰਿਕਾਰਡ ਵੀ ਕਹੀ ਹੋਵੇ, ਮੈਂ ਇਹ ਗੱਲ ਬਹੁਤ ਸ਼ਿੱਦਤ ਦੇ ਨਾਲ ਉੱਥੇ ਰਹਿੰਦਿਆਂ ਹੋਇਆਂ ਮਹਿਸੂਸ ਕੀਤੀ ਕਿ ਇਹ ਜਿਹੜਾ ਸੰਘਰਸ਼ ਆ ਇਹਦੇ ਵਿੱਚ ਅਸਲ ਯੋਗਦਾਨ ਜਿਹੜਾ ਆ ਉਹ ਆਮ ਸੰਗਤ ਦਾ ਹੈਗਾ ਆ। ਕਿਸੇ ਵੀ ਮਤਲਬ ਧਿਰ ਜਾਂ ਚਰਚਿਤ ਚਿਹਰੇ ਜਾਂ ਚਰਚਿਤ ਨਾਂ ਜਾਂ ਕਿਸੇ ਲੀਡਰ ਆਗੂ ਦਾ ਕਿਸੇ ਤੋਂ ਵੀ ਵੱਧ ਕੇ ਮਤਲਬ ਆਮ ਲੋਕਾਂ ਦਾ ਜਿਹੜਾ ਯੋਗਦਾਨ ਸੀਗਾ ਉਹ ਵੱਧ ਸੀਗਾ ਜੀ। ਹਾਲਾਂਕਿ ਆਪਾਂ ਦੇਖਿਆ ਉਸ ਸਾਰੇ ਦੌਰ ਦੇ ਦੌਰਾਨ ਇਹ ਗੱਲ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ੋਰ ਦੇ ਨਾਲ ਉੱਠਦੀ ਰਹੀ ਕਿ ਇਹ ਮਤਲਬ ਇਹ ਫਲਾਨੀ ਧਾਰਾ ਦੇ ਬੰਦੇ, ਫਲਾਨੇ ਪੱਖ ਦੇ ਬੰਦੇ ਇਹਦੇ ਉੱਪਰ ਕਾਬਜ਼ ਹੋ ਗਏ ਆ। ਉਹ ਸਾਰੀ ਦਿੱਕਤ ਇਹ ਸੀਗੀ ਕਿ ਲੋਕ ਇਹ ਮਹਿਸੂਸ ਕਰ ਰਹੇ ਸੀਗੇ ਕਿ ਸਾਰਾ ਜਿਹੜੀ ਇਨਪੁਟ ਆ ਉਹ ਵਧਵੇਂ ਰੂਪ ਦੇ ਵਿੱਚ ਸਿੱਖਾਂ ਦੇ ਵੱਲੋਂ ਪੈ ਰਹੀ ਹੈ। ਕੋਈ ਵੀ ਸਿੱਖ ਚਿਹਰਾ ਜਾਂ ਸਿੱਖ ਧਿਰ ਜਿਹੜੀ ਆ ਉਹ ਇਹਦੀ ਅਗਵਾਈ ਕਰਦੀ ਹੋਈ ਸਿੱਧੇ ਰੂਪ ਦੇ ਵਿੱਚ ਨਜ਼ਰ ਆ ਨਹੀਂ ਰਹੀ। ਜਾਂ ਆਪਾਂ ਕਹੀਏ ਕਿ ਉਹਦੀ ਜਿਹੜੀ ਵੱਜਵੀਂ ਵਡਿਆਈ ਹੈ ਉਹ ਕਿਸੇ ਵੀ ਸਿੱਖ ਚਿਹਰੇ ਜਾਂ ਸਿੱਖ ਧਿਰ ਨੂੰ ਨਹੀਂ ਮਿਲ ਰਹੀ। ਇਹ ਮਸਲਾ ਸੀਗਾ ਜੇ ਨੁਕਤੇ ਦੇ ਤੌਰ ਦੇ ਉੱਪਰ ਕਰਨਾ ਹੋਵੇ। ਬਹੁਤ ਵਾਰ ਬੜੇ ਹਵਾਲਿਆਂ ਦੇ ਨਾਲ ਇਹ ਮਸਲਾ ਉੱਠਦਾ ਰਿਹਾ, ਆਪਾਂ ਇਹਦੀ ਵਿਸਤਾਰ ਦੇ ਵਿੱਚ ਨਹੀਂ ਜਾਂਦੇ।
ਪਰ ਮੈਂ ਜਿਹੜੀ ਉੱਥੇ ਰਹਿੰਦਿਆਂ ਹੋਇਆ ਇਹ ਗੱਲ ਮਹਿਸੂਸ ਕੀਤੀ, ਇੱਕ ਦੋ ਵਾਰ ਔਨ ਰਿਕਾਰਡ ਵੀ ਕਹੀ, ਤੁਹਾਡੇ ਨਾਲ ਦੁਬਾਰਾ ਦੁਹਰਾਉਣਾ ਆ ਕਿ ਇਹਦੀ ਕਿਸੇ ਵੀ ਇੱਕ ਸਿੱਖ ਧਿਰ ਜਾਂ ਸਿੱਖ ਚਿਹਰੇ ਨੂੰ ਵਡਿਆਈ ਨਹੀਂ ਸੀ ਮਿਲ ਸਕਦੀ। ਉਹ ਮੈਨੂੰ ਇਹ ਗੱਲ ਇਸ ਕਰਕੇ ਮਹਿਸੂਸ ਹੁੰਦੀ ਕਿ ਕਿਸੇ ਦੇ ਕੋਈ ਇਸ ਸਮੇਂ ਸਾਡੇ ਕੋਲ ਇੰਨੀ ਹੈਸੀਅਤ ਜਾਂ ਇੰਨੀ ਕਮਾਈ ਵਾਲੀ ਕੋਈ ਧਿਰ ਜਾਂ ਕੋਈ ਇੱਕ ਵਿਅਕਤੀ ਨਹੀਂ ਹੈਗਾ ਜਿਹੜਾ ਇੰਨੀ ਵਡਿਆਈ ਨੂੰ ਆਪਣੇ ਸ਼ਖਸੀਅਤ ਜਾਂ ਆਪਣੇ ਜਥੇਬੰਦਕ ਢਾਂਚੇ ਦੇ ਵਿੱਚ ਸਮੋ ਸਕੇ। ਇਹ ਸਮੁੱਚੇ ਰੂਪ ਦੇ ਵਿੱਚ ਸੰਗਤ ਨੂੰ ਹੀ ਵਡਿਆਈ ਮਿਲਦੀ ਸੀਗੀ। ਔਰ ਤੁਸੀਂ ਦੇਖੋ ਜਿੰਨੀ ਵੀ ਕੋਸ਼ਿਸ਼ ਕੀਤੀ, ਬਹੁਤ ਬੰਦਿਆਂ ਨੇ ਕੋਸ਼ਿਸ਼ ਕੀਤੀ, ਮਤਲਬ ਉੱਥੇ ਰਹਿੰਦਿਆਂ ਹੋਇਆਂ ਸਾਫ਼ ਵੇਖਦੇ ਰਹੇ, ਚਰਚਾ ਵੀ ਹੁੰਦੀ ਰਹੀ ਇਸ ਗੱਲ ਦੀ, ਬਹੁਤ ਬੰਦਿਆਂ ਨੇ ਕੋਸ਼ਿਸ਼ ਕੀਤੀ, ਜਿੰਨੀ ਕੋਸ਼ਿਸ਼ ਕੀਤੀ ਉਹ ਡਿਸਕ੍ਰੈਡਿਟ ਹੁੰਦਾ ਰਿਹਾ, ਇਨਕਲੂਡਿੰਗ ਅਮਰਿੰਦਰ ਸਿੰਘ ਅੱਜ ਬਿਲਕੁਲ ਜਿਹੜੀ ਰੀਸੈਂਟ ਐਗਜ਼ਾਮਪਲ ਹੈ ਕਿ ਉਹਨੇ ਇਹ ਕੋਸ਼ਿਸ਼ ਕੀਤੀ ਕਿ ਮੈਂ ਇਹ ਮਸਲਾ ਹੱਲ ਕਰਾ ਕੇ ਇਹਦੀ ਜਿਹੜੀ ਵਡਿਆਈ ਆ ਉਹ ਆਪਣੀ ਝੋਲੀ ਦੇ ਵਿੱਚ ਪਵਾ ਲਵਾਂ। ਤੁਸੀਂ ਦੇਖ ਲਓ ਅੱਜ ਕੀ ਹਾਲਤ ਬਣੀ ਹੋਈ, ਜਿਹੜੀ ਭਾਜਪਾ ਦੇ ਕਹਿਣ ਦੇ ਉੱਪਰ ਸਾਰਾ ਕੁਝ ਕੀਤਾ ਉਹ ਮਤਲਬ ਨਾ ਉੱਧਰ ਦਾ ਰਿਹਾ ਨਾ ਉੱਧਰ ਦਾ ਰਿਹਾ। ਹੁਣ ਜਦੋਂ ਉਹਨੂੰ ਇੱਥੋਂ ਪ੍ਰੈਸ ਕਾਨਫਰੰਸ ਕੀਤੀ ਪਾਰਟੀ ਦੇ ਬਾਰੇ ਦੇ ਵਿੱਚ ਅਮਿਤ ਸ਼ਾਹ ਨੂੰ ਮਿਲਣ ਗਿਆ, ਅਮਿਤ ਸ਼ਾਹ ਬਿਨਾਂ ਦੱਸੇ ਹੋਏ ਅਨਸ਼ਡਿਊਲਡ ਪ੍ਰੋਗਰਾਮ ਦੇ ਉੱਪਰ ਗੁਜਰਾਤ ਚਲਿਆ ਗਿਆ, ਗੁਜਰਾਤ ਤੋਂ ਮੱਧ ਪ੍ਰਦੇਸ਼ ਚਲਿਆ ਗਿਆ ਔਰ ਨਾਲ ਖਬਰ ਲੀਕ ਕਰਵਾ ਦਿੱਤੀ ਕਿ ਅਮਿਤ ਸ਼ਾਹ ਅਨਸ਼ਡਿਊਲਡ ਮੀਟਿੰਗ ਦੇ ਉੱਪਰ ਗਿਆ ਹੋਇਆ ਹੈ। ਤਾਂ ਪੂਰਾ ਠਿੱਠ ਕੀਤਾ ਉਹਨੂੰ, ਹਨਾ। ਪਰ ਈਵਨ ਜਿਹੜੀ ਗੁਰਪੁਰਬ ਦੇ ਉੱਪਰ ਵੀ ਅਨਾਉਂਸਮੈਂਟ ਹੋਈ, ਇਹ ਵੀ ਮਤਲਬ ਇੱਕ ਤਰ੍ਹਾਂ ਦੇ ਨਾਲ ਹੁਣ ਇਹ ਚਲੋ ਵੱਖਰੇ ਐਂਗਲ ਬੰਦੇ ਕਹਿ ਰਹੇ ਆ ਕਿ ਉਹ ਮੋਦੀ ਨੇ ਆਪਣੇ ਟਿਪੀਕਲ ਸਟਾਈਲ ਦੇ ਵਿੱਚ ਕੀਤਾ ਜੀ, ਉਹਨੇ ਸਮਝੌਤਾ ਨਹੀਂ ਕੀਤਾ। ਪਰ ਆਪਾਂ ਦੇਖੀਏ ਇਹ ਵੀ ਇਸ ਗੱਲ ਦਾ ਸਿੰਬਲ ਹੈਗਾ ਕਿ ਇਹ ਜਿਹੜੇ ਆਮ ਲੋਕਾਂ ਨੇ ਯੋਗਦਾਨ ਪਾਇਆ ਸੀਗਾ, ਅਸਲ ਦੇ ਵਿੱਚ ਇਹ ਵੀ ਇਸ ਗੱਲ ਨੂੰ ਤਸਲੀਮ ਕਰਦਾ ਕਿ ਇਹਦੇ ਪਿੱਛੇ ਅਸਲ ਫੋਰਸ ਉਹ ਸੀਗੀ। ਔਰ ਇਹਦੇ ਤੋਂ ਵੀ ਮਤਲਬ ਵਡਿਆਈ ਜਿਹੜੀ ਆ ਉਹ ਸੰਗਤ ਦੀ ਝੋਲੀ ਦੇ ਵਿੱਚ ਆ ਕੇ ਪੈਂਦੀ ਹੈ। ਬਿਲਕੁਲ ਗੱਲ ਤੁਹਾਡੀ ਠੀਕ ਹੈ ਕਿ ਜਿਹੜੀ ਲੀਡਰਸ਼ਿਪ ਆ ਉਸ ਪੱਧਰ ਦੇ ਉੱਪਰ ਨਹੀਂ ਹੋ ਸਕਣਾ, ਕਿਉਂਕਿ ਉਹ ਕੋਈ ਵੀ ਆਪਾਂ ਕਹੀਏ ਵੀ ਉਸ ਹੈਸੀਅਤ ਦੀ ਲੀਡਰਸ਼ਿਪ ਐਗਜ਼ਿਸਟ ਹੀ ਨਹੀਂ ਕਰਦੀ ਹੈ। ਉਹ ਕਾਬਿਲ ਹੀ ਨਹੀਂ ਇਸ ਕੰਮ ਦੇ, ਹਾਂ ਜਿਹੜੀ ਦਿਸਦੀ ਹੈ। ਵੈਸੇ ਜੇਕਰ ਆਪਾਂ ਦੇਖੀਏ ਇੰਡੀਆ ਲੈਵਲ ਦੇ ਉੱਪਰ ਤੁਸੀਂ ਦੇਖੋ ਤਾਂ ਮਤਲਬ ਸਿੱਖਾਂ ਨੇ ਇੱਕ ਵਾਰ ਦੁਬਾਰਾ ਇਹ ਦਿਖਾ ਦਿੱਤਾ ਕਿ ਕਿਸੇ ਵੀ ਕਾਮਨ ਕਾਜ਼ ਦੀ ਜਿਹੜੀ ਲੀਡ ਆ ਉਹ ਸਿੱਖ ਲੈ ਕੇ ਸਿਰੇ ਲਗਵਾ ਸਕਦੇ ਨੇ। ਔਰ ਤੁਸੀਂ ਦੇਖੋ ਪੀਏ ਦਾ ਜਿਹੜਾ ਪ੍ਰੋਟੈਸਟ ਚੱਲਦਾ ਰਿਹਾ, ਮਤਲਬ ਗਵਰਨਮੈਂਟ ਨੇ ਉਹਨੂੰ ਦਬਾ ਦਿੱਤਾ, ਹਨਾ। ਹੁਣ ਅਸਾਮ ਦੇ ਵਿੱਚ 12 ਦਸੰਬਰ ਨੂੰ ਉਹ ਦੁਬਾਰਾ ਪ੍ਰੋਟੈਸਟ ਰੱਖ ਰਹੇ ਆ ਔਰ ਆਲ ਅਸਾਮ ਸਟੂਡੈਂਟਸ ਯੂਨੀਅਨ ਦੇ ਮੁਜਬਲ ਭੱਟਾਚਾਰੀਆ ਦੀ ਔਨ ਰਿਕਾਰਡ ਸਟੇਟਮੈਂਟ ਆਈ, ਉਹ ਕਹਿੰਦਾ ਕਿ ਫਾਰਮਰਸ ਪ੍ਰੋਟੈਸਟ ਨੇ ਸਾਨੂੰ ਦਿਖਾ ਦਿੱਤਾ ਕਿ ਅਸਲ ਦੇ ਵਿੱਚ ਐਜੀਟੇਸ਼ਨ ਲੜੀ ਦੀ ਕਿੱਦਾਂ ਹੈ। ਕਹਿੰਦਾ ਵੀ ਇਹ ਸਾਡੇ ਲਈ ਇੱਕ ਬਿਲਕੁਲ ਪਾਥ ਸ਼ੋਇੰਗ ਆ, ਰਾਹ ਦਸਾਰਾ ਆ ਔਰ ਇਹਦੇ ਤੋਂ ਇੰਸਪਾਇਰ ਹੋ ਕੇ ਅਸੀਂ ਮਤਲਬ ਆਪਣਾ ਸੀਏ ਦਾ ਪ੍ਰੋਟੈਸਟ ਜਿਹੜਾ ਆ ਉਹਨੂੰ ਦੁਬਾਰਾ ਰਿਵਾਈਜ਼ ਕਰਾਂਗੇ। ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ 700 ਸ਼ਹੀਦੀਆਂ ਵੀ ਹੋਈਆਂ ਕਿਸਾਨ ਮੋਰਚੇ ਦੇ ਵਿੱਚ ਔਰ ਇਹ ਸਾਹਮਣੇ ਜਿਹੜੀ ਕੌਮ ਖੜੀ ਸੀ ਉਹ ਸਿੱਖ ਕੌਮ ਸੀਗੀ ਜਿਹੜੀ ਹਿੱਕ ਤਾਣ ਕੇ ਖੜੀ ਹੁੰਦੀ ਹੈ, ਗੋਲੀਆਂ ਦੀ ਤੋਪਾਂ ਦੀ ਪਰਵਾਹ ਨਹੀਂ ਕੀਤੀ। ਔਰ ਸਿੱਖਾਂ ਦੀ ਜਿਹੜੀ ਹਿਸਟਰੀ ਆ 500 ਸਾਲਾਂ ਦੀ, ਉਹ ਸਿੱਖਾਂ ਨੇ ਸਿਰ ਹੀ ਦਿੱਤੇ ਨੇ। ਔਰ ਜਦੋਂ ਇਹ ਸੋਚ ਲਿਆ ਕਿ ਕਿਸੇ ਮੁੱਦੇ ਦੇ ਉੱਪਰ ਇਹ ਜਿਹੜੀ ਬੇਇਨਸਾਫੀ ਹੋ ਰਹੀ ਹੈ, ਚਾਹੇ ਉਹਨਾਂ ਦੀ ਜਾਨ ਚਲੀ ਜਾਏ ਪਰ ਇਨਸਾਫ ਲੈ ਕੇ ਹੀ ਰਹਿੰਦੇ ਨੇ। ਔਰ ਤੁਸੀਂ ਬਿਲਕੁਲ ਸਹੀ ਕਿਹਾ, ਔਕਾਤ ਨਹੀਂ ਹੈ ਸਿੱਖ ਲੀਡਰਸ਼ਿਪ ਦੀ ਕਿ ਕਿਸੇ ਵੀ ਤਰ੍ਹਾਂ ਦਾ ਇਨੀਸ਼ੀਏਟਿਵ ਲੈ ਸਕਣ। ਜਿਹੜਾ ਇਨੀਸ਼ੀਏਟਿਵ ਸੰਗਤਾਂ ਨੇ ਲਿਆ ਸੀ ਔਰ ਗੁਰਪੁਰਬ ਵਾਲੇ ਦਿਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਉੱਪਰ ਸਿੱਖਾਂ ਦੀ ਜਿਹੜੀ ਬਹੁਤ ਵੱਡੀ ਜਿੱਤ ਹੋਈ ਹੈ, ਉਹ ਕਿਸਾਨ ਮੋਰਚਾ ਜਿਹੜਾ ਹੈਗਾ ਇਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਗੁਰਪੁਰਬ ਵਾਲੇ ਦਿਨ ਕਿਸਾਨ ਮੋਰਚੇ ਨੂੰ ਇਹ ਜਿਹੜਾ ਵਾਅਦਾ ਆਪਣਾ ਕਾਨੂੰਨ ਵਾਪਸ ਲੈਣ ਦਾ ਕੀਤਾ ਔਰ ਉਹਨਾਂ ਦੇ ਇਸ ਬਿਆਨ ਨੇ ਸ਼ੋਅ ਕਰ ਦਿੱਤਾ ਵੀ ਕਿਸਾਨ ਮੋਰਚੇ ਦੀ ਜਿਹੜੀ ਰੂਹੋ ਰਵਾਂ ਸੀਗੀ ਉਹ ਸਿੱਖ ਕੌਮ ਸੀ ਔਰ ਪੰਜਾਬ ਦੇ ਉਹ ਯੋਧੇ ਸਨ ਜਿਹੜੇ ਉੱਥੇ 1 ਸਾਲ ਤੋਂ ਭੁੱਖੇ ਭਾਣੇ ਬੈਠੇ ਹੋਏ ਸਨ। ਬਿਲਕੁਲ ਇਹ ਗੱਲ ਦਰੁਸਤ ਹੈ ਜੀ ਔਰ ਇਸ ਗੱਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਈਵਨ ਮਤਲਬ ਜਿੰਨੀ ਵੀ ਸੁਹਿਰਦ ਲੀਡਰਸ਼ਿਪ ਰਹੀ ਹੈ ਇਸ ਸਾਰੇ ਸਮੇਂ ਦੇ ਦੌਰਾਨ, ਜਿਨ੍ਹਾਂ ਨੂੰ ਨਿੱਜੀ ਤੌਰ ਦੇ ਉੱਪਰ ਵੀ ਮਿਲਦੇ ਰਹੇ ਆ ਜਾਂ ਉਹਨਾਂ ਨੇ ਪਬਲਿਕਲੀ ਸਟੇਟਮੈਂਟਾਂ ਵੀ ਦਿੱਤੀਆਂ, ਇੱਥੋਂ ਤੱਕ ਕਿ ਇੱਕ ਬੜੀ ਬਾਈਨਰੀ ਖੜੀ ਕਰਕੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਕਾਮਰੇਡ ਵਰਸਸ ਸਿੱਖ ਵਾਲੀ। ਪਰ ਉਹਨਾਂ ਦੇ ਵਿੱਚੋਂ ਵੀ ਅਸੀਂ ਦੇਖਿਆ ਹੁਣ ਜਿੱਦਾਂ ਡਾਕਟਰ ਦਰਸ਼ਨਪਾਲ ਨੇ ਉਹਨਾਂ ਨਾਲ ਜਿੰਨੀ 2-4 ਵਾਰ ਜਿਹੜੀ ਇੰਟਰੈਕਸ਼ਨ ਵੀ ਹੋਈ ਜਾਂ ਹੁਣ ਵੀ ਜਿਹੜੀਆਂ ਉਹਨਾਂ ਨੇ ਇੰਟਰਵਿਊਜ਼ ਦਿੱਤੀਆਂ ਜਾਂ ਈਵਨ 7 ਮਾਰਚ ਨੂੰ ਨਿਹੰਗ ਸਿੰਘਾਂ ਦੀ ਛਾਉਣੀ ਦੇ ਵਿੱਚ ਜਿਹੜੀ TDI ਮਾਲ ਦੇ ਕੋਲ ਕੁੰਡਲੀ ਬਾਰਡਰ ਦੇ ਉੱਪਰ ਹੈ ਉੱਥੇ ਇੱਕ ਸਮਾਗਮ ਸੀ, ਉੱਥੇ ਵੀ ਬੋਲਦਿਆਂ ਉਹਨਾਂ ਨੇ ਕਿਹਾ ਸੀ ਕਿ ਇਹ ਗੱਲ
ਉਹ ਕਹਿੰਦੇ ਕਿ ਇਹ ਜਿੱਥੇ ਵੀ ਕਹਿੰਦੇ ਵੀ ਜਿੱਥੋਂ ਵੀ ਕਿਤੇ ਸਾਨੂੰ ਇੰਡੀਆ ਦੇ ਵਿੱਚੋਂ ਕਾਲ ਆਈ ਆ ਦੂਸਰੇ ਭਾਈਚਾਰਿਆਂ ਦੇ ਵਿੱਚੋਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਾਂ ਕਿਸਾਨਾਂ ਦੀ ਜਾਂ ਜਿਨ੍ਹਾਂ ਦੇ ਨਾਲ ਵੀ ਜਾ ਕੇ ਗੱਲ ਕੀਤੀ ਆ ਜਾਂ ਜੋ ਅਸੀਂ ਇੱਥੇ ਰਹਿੰਦਿਆਂ ਹੋਇਆਂ ਦੇਖਿਆ ਕਿ ਸਿਰਫ ਇਸ ਸੰਘਰਸ਼ ਦੀ, ਇਹ ਉਹਨਾਂ ਦੇ ਲਫ਼ਜ਼ ਨੇ, ਉਹ ਕਹਿੰਦੇ ਕਿ ਸਿਰਫ ਇਸ ਸੰਘਰਸ਼ ਦੀ ਰੀੜ੍ਹ ਦੀ ਹੱਡੀ ਜਿਹੜੀ ਆ ਉਹੀ ਸਿੱਖ ਕਿਸਾਨੀ ਨੀਗੀ, ਇਹਨੂੰ ਸੋਚਣ ਚਲਾਉਣ ਵਾਲਾ ਜਿਹੜਾ ਦਿਮਾਗ ਆ ਉਹ ਵੀ ਸਿੱਖ ਕਿਸਾਨੀ ਹੈ। ਇਹ ਡਾਕਟਰ ਦਰਸ਼ਨਪਾਲ ਹੋਣੀ ਵੀ ਮਤਲਬ ਇਹ ਗੱਲ ਕਹਿੰਦੇ ਰਹੇ, ਔਰ ਕੋਈ ਵੀ ਸੁਹਿਰਦ ਸੱਜਣ ਜਿਹੜਾ ਹੈ ਉਹ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ। ਪਰਮਜੀਤ, ਕੱਲੇ ਜਿਹੜੇ ਸਿੱਖ ਨੇ ਉਹ, ਮੈਂ ਜਦੋਂ ਤੁਹਾਡੇ ਨਾਲ ਫੋਨ ਲਾਈਨ ਦਾ ਰਾਬਤਾ ਕੱਟਿਆ ਗਿਆ ਮੈਂ ਗੱਲ ਕਰ ਰਿਹਾ ਸੀ ਆਪਣੇ ਸਰੋਤਿਆਂ ਨਾਲ ਕਿ ਕੱਲੇ ਸਿੱਖ ਭਾਰਤ ਵਿੱਚ ਹੀ ਨੇ ਨਹੀਂ ਹੈਗੇ, ਉਹ ਸਾਰੇ ਦੁਨੀਆ ਦੇ ਦੇਸ਼ਾਂ 'ਚ ਸਿੱਖ ਵਸੇ ਹੋਏ ਨੇ। ਉਹ ਕੈਨੇਡਾ ਵਰਗੇ ਦੇਸ਼ ਦੇ ਵਿੱਚ ਜਿਹਦੇ ਡਿਫੈਂਸ ਮਿਨਿਸਟਰ ਵੀ ਇੱਕ ਪਗੜੀਧਾਰੀ ਅੰਮ੍ਰਿਤਧਾਰੀ ਸਿੱਖ ਰਹੇ ਨੇ, ਇੱਥੇ ਸਿੱਖਾਂ ਦੀ ਚੌਥੀ ਜਨਰੇਸ਼ਨ ਵਾਸ ਕਰਦੀ ਹੈ। ਉਹ ਜਨਰੇਸ਼ਨ ਜਿਹੜੀ ਸ਼ਾਇਦ ਬਹੁਤ ਸਾਰੇ ਜਿਹੜੇ ਬੱਚੇ ਨੇ, ਯੰਗ ਬੱਚੇ ਜਿਹੜੇ ਨੇ, ਉਹ ਪੰਜਾਬ ਨਾ ਗਏ ਹੁਣ, ਪਰ ਉਹ ਆਪਣੇ ਧਰਮ ਨਾਲ, ਸਿੱਖੀ ਨਾਲ ਜੁੜੇ ਹੋਏ ਨੇ। ਜਦੋਂ ਇੱਦਾਂ ਦੀਆਂ ਉਹ ਜਿਹੜੀਆਂ ਟਵਿੱਟਰ ਦੇ ਉੱਪਰ ਪੋਸਟਾਂ ਪੜ੍ਹਦੇ ਨੇ, ਉਹਨਾਂ ਦੇ ਮਨਾਂ ਦੇ ਉੱਪਰ ਬੜਾ ਗਹਿਰਾ ਅਸਰ ਪੈਂਦਾ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਾਂਗਾ ਕਿ ਯੰਗ ਜਨਰੇਸ਼ਨ ਜਿਹੜੀ ਕੈਨੇਡਾ ਦੀ ਹੈ, ਜਿਨ੍ਹਾਂ ਨੂੰ ਕੁਝ ਵੀ ਨਹੀਂ ਪਤਾ ਸੀ ਕਿਸਾਨੀ ਬਾਰੇ ਜਾਂ ਪੰਜਾਬ ਬਾਰੇ, ਔਰ ਪਰ ਉਹਨਾਂ ਦੇ ਜਿਹੜੇ ਦਾਦੇ ਪੜਦਾਦੇ ਉਹ ਕਿਸਾਨ ਸਨ। ਅੱਜ ਤੋਂ 70-80 ਸਾਲ ਪਹਿਲਾਂ ਉਹ ਪੰਜਾਬ ਤੋਂ ਇੱਥੇ ਆਏ ਸਨ, 60 ਸਾਲ ਪਹਿਲਾਂ ਆਏ ਸਨ। ਉਹ ਬੱਚਿਆਂ ਨੇ ਵੀ ਜਿਹੜਾ ਕਿਸਾਨੀ ਸੰਘਰਸ਼ ਦੇ ਹੱਕ ਦੇ ਵਿੱਚ ਇੱਥੇ ਪ੍ਰੋਟੈਸਟ ਜਿਹੜੇ ਹੋ ਰਹੇ ਸਨ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ। ਔਰ ਈਵਨ ਇਹ ਜਿਹੜਾ ਕਿਸਾਨੀ ਸੰਘਰਸ਼ ਹੈ ਉਹਨਾਂ ਬੱਚਿਆਂ ਦੇ ਵਿੱਚ ਆਪਣੀ ਕੌਮ ਦੇ ਲਈ, ਪੰਜਾਬੀ ਲਈ, ਪੰਜਾਬੀਅਤ ਲਈ, ਪੰਜਾਬ ਲਈ, ਕਿਸਾਨੀ ਲਈ ਜਿਹੜਾ ਪਿਆਰ ਪੈਦਾ ਕਰਕੇ ਲੈ ਕੇ ਆਇਆ। ਔਰ ਉਹ ਬੱਚੇ ਜਿਹੜੇ ਨੇ ਆਪਣੇ ਮਾਂ-ਬਾਪ ਤੋਂ, ਆਪਣੇ ਰਿਸ਼ਤੇਦਾਰਾਂ ਤੋਂ ਪੁੱਛਦੇ ਸਨ ਵੀ ਇਹ ਸੰਘਰਸ਼ ਕਿਉਂ ਹੋ ਰਿਹਾ, ਸਾਡਾ ਇਹਦੇ 'ਚ ਕੀ ਲੈਣਾ ਦੇਣਾ ਹੈ, ਕਿਵੇਂ ਅਸੀਂ ਇਹਦੇ ਨਾਲ ਜੁੜੇ ਹੋਏ ਹਾਂ। ਪਰ ਜਦੋਂ ਇਹ ਬੱਚੇ ਇਦਾਂ ਟਵਿੱਟਰ ਦੇ ਉੱਪਰ ਇਹ ਪੋਸਟਾਂ ਦੇਖਦੇ ਨੇ, ਉਹਨਾਂ ਦੇ ਮਨ ਤੇ ਬੜਾ ਗਹਿਰਾ ਅਸਰ ਪੈਂਦਾ ਹੈ ਔਰ ਉਹਨਾਂ ਨੂੰ ਲੱਗਦਾ ਹੈ ਕਿ ਕਿਉਂ ਸਾਡੀ ਕੌਮ ਬਾਰੇ ਜਿਹੜਾ ਹੈਗਾ ਇਹ ਦੁਸ਼ਪ੍ਰਚਾਰ ਕੀਤਾ ਜਾ ਰਿਹਾ। ਜਦਕਿ ਤੁਹਾਨੂੰ ਯਾਦ ਹੋਏਗਾ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਔਰ ਉਸ ਸਮੇਂ ਜਿਹੜਾ ਹੈ ਭਾਰਤ ਦੀ ਆਰਥਿਕਤਾ ਜਿਹੜੀ ਹੈ ਉਹ ਬਿਲਕੁਲ ਮਰਨ ਕੰਢੇ ਖੜੀ ਹੋਈ ਸੀ, ਉਦੋਂ ਜਿਹੜਾ ਹੈ ਬਾਹਰ ਵਸਦੇ ਸਿੱਖਾਂ ਨੇ ਮੁੱਖ ਤੌਰ ਦੇ ਉੱਪਰ ਭਾਰਤ ਸਰਕਾਰ ਨੂੰ ਆਪਣੀ ਆਫਰ ਦਿੱਤੀ ਸੀ ਵੀ ਸਾਡੇ ਕੋਲੋਂ ਜਿੰਨਾ ਸੋਨਾ ਪਿਆ ਅਸੀਂ ਤੁਹਾਨੂੰ ਸੋਨਾ ਦੇਣ ਨੂੰ ਤਿਆਰ ਹਾਂ। ਔਰ 1947 ਦੇ ਵਿੱਚ ਸਿੱਖ ਆਪਣੀ ਮਰਜ਼ੀ ਦੇ ਨਾਲ ਜਿਹੜਾ ਹੈਗਾ ਉਹ ਭਾਰਤ ਦੇ ਵਿੱਚ ਆਏ ਸਨ ਔਰ ਭਾਰਤ ਦੇ ਨਾਲ ਖੜਾ ਹੋਣ ਦਾ ਉਹਨਾਂ ਨੇ ਪ੍ਰਣ ਕੀਤਾ ਸੀਗਾ। ਜਦਕਿ ਜਦੋਂ ਚਾਹੁੰਦੇ ਮਾਸਟਰ ਤਾਰਾ ਸਿੰਘ ਤਾਂ ਇੱਕ ਸਿੱਖ ਆਜ਼ਾਦ ਜਿਹੜਾ ਰਾਜ ਲੈ ਸਕਦੇ ਸਨ, ਪਰ ਉਹਨਾਂ ਨੇ ਭਾਰਤ ਦੇ ਨਾਲ ਆਪਣੀ ਸਹਿਮਤੀ ਪ੍ਰਗਟ ਕੀਤੀ। ਔਰ ਉਸ ਤੋਂ ਬਾਅਦ ਚਾਹੇ 47 ਦੀ ਜੰਗ ਹੋਵੇ, ਚਾਹੇ 61 ਦੀ ਜੰਗ ਹੋਵੇ, ਚਾਹੇ ਜਿਹੜੀ ਹੈ 1971 ਦੀ ਜੰਗ ਹੋਵੇ, 65 ਦੀ ਜੰਗ ਹੋਵੇ, ਉਹ ਸਾਰੀਆਂ ਜੰਗਾਂ ਦੇ ਵਿੱਚ ਸਿੱਖ ਰੈਜੀਮੈਂਟ ਜਿਹੜੀ ਹੈ ਵੱਧ ਚੜ ਕੇ ਦੇਸ਼ ਦੀ ਰੱਖਿਆ ਦੇ ਲਈ ਜਿਹੜਾ ਹੈ ਕੁਰਬਾਨੀਆਂ ਕਰਦੀ ਰਹੀ। ਔਰ ਸਿੱਖਾਂ ਦੀ ਆਜ਼ਾਦੀ ਨੂੰ, ਜਿਹੜਾ ਸਿੱਖਾਂ ਨੂੰ ਆਜ਼ਾਦ ਕਰਾਉਣ ਦੇ ਲਈ ਜਿਹੜਾ 90% ਕੁਰਬਾਨੀਆਂ, ਸ਼ਾਇਦ 95% ਕਵਾਂ ਤਾਂ ਅਤਕਥਨੀ ਨਹੀਂ ਹੈ, ਜਿਹੜੀਆਂ ਉਹ ਸਿੱਖ ਯੋਧਿਆਂ ਵੱਲੋਂ ਦਿੱਤੀਆਂ ਗਈਆਂ। ਔਰ ਬੜੀ ਮੰਦਭਾਗੀ ਗੱਲ ਹੈ ਵੀ ਇਹ ਜਿਹੜਾ IT ਸੈੱਲ ਹੈ, ਜਿਹੜੇ ਪੇਡ ਕਰਮਚਾਰੀ ਨੇ ਇਹਨਾਂ ਦੇ, ਉਹ ਇੰਨੀਆਂ ਜਿਹੜੀਆਂ ਭੱਦੀਆਂ ਜਿਹੜੀਆਂ ਕਾਰਵਾਈਆਂ ਕਰ ਰਹੇ ਨੇ। ਔਰ BBC ਦਾ ਧੰਨਵਾਦ ਕਰਨਾ ਬਣਦਾ ਹੈ, ਜਿਹੜਾ ਅਦਾਰਾ, ਜਿਹੜਾ ਇੱਕ ਇੰਡੀਪੈਂਡੈਂਟ ਅਦਾਰਾ ਜਿਹਨੇ ਰਿਪੋਰਟ ਪ੍ਰਕਾਸ਼ਿਤ ਕੀਤੀ। ਨਹੀਂ ਤਾਂ ਮੇਰੇ ਖਿਆਲ ਦੇ ਵਿੱਚ ਪੰਜਾਬ ਦਾ ਕੋਈ ਵੀ ਇਦਾਂ ਦਾ ਮੀਡੀਆ ਅਦਾਰਾ ਜਾਂ ਭਾਰਤ ਦਾ ਕੋਈ ਵੀ ਮੀਡੀਆ ਅਦਾਰਾ ਇਸ ਬਾਰੇ ਬੋਲਣ ਦੇ ਲਈ ਜਿਹੜਾ ਹੈਗਾ ਤਿਆਰ ਨਹੀਂ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਤੁਸੀਂ ਇਸ ਮੁੱਦੇ ਦੇ ਉੱਪਰ ਆਉਣੇ ਰੱਖ ਕੇ ਗੱਲਬਾਤ ਕੀਤੀ। ਤੁਹਾਡੇ ਤੋਂ ਪਹਿਲਾਂ ਮੈਂ ਪੰਜਾਬ ਵਸਦੇ ਬਹੁਤ ਸਾਰੇ ਪੰਥਕ ਚਿੰਤਕਾਂ ਦੇ ਨਾਲ ਸੰਪਰਕ ਸਾਧਿਆ ਔਰ ਸਰੀ ਦੇ ਵਿੱਚ ਬੈਠੇ ਹੋਏ ਬਹੁਤ ਸਾਰੇ ਪੰਥਕ ਚਿੰਤਕ ਜਿਹੜੇ ਆਪਣੇ ਆਪ ਨੂੰ ਸਿੱਖ ਕੌਮ ਦਾ ਜਿਹੜਾ ਰੂਹੇ ਰਵਾਂ ਔਰ ਅਲਮਦਾਰ ਕਹਿੰਦੇ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹੀ। ਕੋਈ ਵੀ ਅੱਗੇ ਆ ਕੇ ਇਸ ਮੁੱਦੇ ਤੇ ਬੋਲਣ ਲਈ ਤਿਆਰ ਨਹੀਂ ਹੋਇਆ। ਚਲੋ ਇਹ ਗੱਲ ਕਰਦੇ, ਕਿਸੇ ਬਾਰੇ ਤਾਂ ਆਪਾਂ ਨਹੀਂ ਟਿੱਪਣੀ ਕਰ ਸਕਦੇ ਹਨਾ। ਤੇ ਦੂਸਰਾ ਇਹ ਹੈਗਾ ਕਿ ਜਿਹੜੀ ਹੁਣ ਦਿੱਲੀ ਤੱਕ ਦੀ ਵੀ ਜੇਕਰ ਆਪਾਂ ਗੱਲ ਕਰੀਏ, ਦਿੱਲੀ ਦਰਬਾਰ ਦੀ ਜਾਂ ਇੰਡੀਅਨ ਸਟੇਟ ਦੀ, ਤਾਂ ਉਹਦੇ ਵਿੱਚ ਇਹ ਗੱਲ ਠੀਕ ਆ, ਆਪਾਂ ਜੋ ਸਿੱਖਾਂ ਦੇ ਵੱਲੋਂ ਫੈਸਲੇ ਲਏ ਗਏ ਇਤਿਹਾਸਕ ਤੌਰ ਦੇ ਉੱਪਰ ਜਾਂ ਯੋਗਦਾਨ ਪਾਇਆ ਗਿਆ ਉਹਨੂੰ ਚਿਤਾਰਦੇ ਆ ਜਾਂ ਦੱਸਦੇ ਆ, ਜਾਂ ਅਕਾਲੀ ਦਲ ਇਸ ਗੱਲ ਨੂੰ ਕਾਫੀ ਜ਼ਿਆਦਾ ਆਪਣੀ ਸਾਰੇ ਬਿਰਤਾਂਤ ਦੇ ਵਿੱਚ ਪਿਛਲੇ ਸਮੇਂ ਦੇ ਨਾਲ ਰੱਖਦਾ ਰਿਹਾ। ਪਰ ਜਿਨ੍ਹਾਂ ਲੀਹਾਂ ਦੇ ਉੱਪਰ ਇਹ ਸਟੇਟ ਚੱਲ ਰਹੀ ਆ ਉਹ ਜ਼ਰੂਰ ਦੇਖਣਾ ਚਾਹੀਦਾ ਕਿ ਜਿਸ ਤਰ੍ਹਾਂ ਇੱਕ ਬਸਤੀਵਾਦੀ ਸਾਮਰਾਜ 47 ਤੋਂ ਪਹਿਲਾਂ ਅੰਗਰੇਜ਼ ਜਾਂ ਮਤਲਬ ਬ੍ਰਿਟਿਸ਼ ਦੀ ਅਗਵਾਈ ਦੇ ਵਿੱਚ ਸੀਗਾ,
ਟ੍ਰਾਂਸਫਰ ਆਫ ਪਾਵਰ ਤੋਂ ਬਾਅਦ ਬਿਲਕੁਲ ਉਹਨਾਂ ਲੀਹਾਂ ਦੇ ਉੱਪਰ ਹੀ ਇਹ ਰਾਜ ਵਧਿਆ। ਅੱਜ ਵੀ ਮਤਲਬ ਸਾਮਰਾਜੀ ਇਹਦਾ ਜਿਹੜਾ ਖਾਸਾ ਆ ਤੁਹਾਨੂੰ ਸਾਫ਼ ਨਜ਼ਰ ਆ ਜਾਂਦਾ। ਈਵਨ ਇਹ ਖੇਤੀ ਕਾਨੂੰਨ ਜਿਹੜੇ ਨੇ ਇਹ ਵੀ ਉਸੇ ਦਾ ਹੀ ਇੱਕ ਪ੍ਰਗਟਾਵਾ ਸੀਗੇ ਕਿ ਜਿੱਥੇ ਜਿਹੜੇ ਇਸ ਮਤਲਬ ਖਿੱਤੇ ਦੇ ਵਿੱਚ ਰਹਿੰਦੇ ਹੋਏ ਲੋਕ ਆ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਦੇਖਿਆ ਜਾਂਦਾ ਕਿ ਇਹ ਬਰਾਬਰ ਦੇ ਸ਼ਰਾਕਤਦਾਰ ਨੇ ਔਰ ਇਹਨਾਂ ਦੀ ਸਹਿਮਤੀ ਦੇ ਨਾਲ ਇਹਨਾਂ ਦੇ ਮਤਲਬ ਯੋਗਦਾਨ ਦੇ ਨਾਲ ਇਹਨੂੰ ਅੱਗੇ ਚਲਾਇਆ ਜਾਵੇ, ਬਲਕਿ ਇੱਕ ਫੈਸਲਾ ਲੈ ਕੇ ਉਹਨੂੰ ਜਿਸ ਤਰ੍ਹਾਂ ਇੱਕ ਸਾਮਰਾਜ ਧੱਕੇ ਦੇ ਨਾਲ ਫੈਸਲਾ ਠੋਸਤਾ ਆ ਉਸ ਤਰੀਕੇ ਦੇ ਨਾਲ ਹੀ ਇਹ ਸਾਰਾ ਕੀਤਾ ਗਿਆ। ਔਰ ਅੱਜ ਵੀ ਜੇ ਕਾਨੂੰਨ ਵਾਪਸ ਹੋਏ ਹੈ ਤਾਂ ਇਹ ਗੱਲ ਜ਼ਰੂਰ ਧਿਆਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਇਹਦੇ ਪਿੱਛੇ ਜੋ ਨਰਿੰਦਰ ਮੋਦੀ ਹੋਣਾ ਨੇ ਉਸ ਦਿਨ ਬਿਆਨ ਦਿੱਤੇ ਹੈ, ਕਿਤੇ ਇਹ ਨਹੀਂ ਕਿਹਾ ਗਿਆ ਕਿ ਇਹ ਫੈਸਲਾ ਗਲਤ ਸੀਗਾ। ਉਹ ਅਲਟੀਮੇਟਲੀ ਬੇਸ਼ੱਕ ਉਹ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ, ਪਰ ਉਹਦੀ ਜਿਹੜੀ ਲੀਹ ਹੈ ਉਹ ਲੀਹ ਉਸੇ ਪਹਿਲੀ ਲੀਹ ਦੇ ਵਿੱਚ ਹੀ ਆ ਕੇ ਟਿਕਦੀ ਹੈ ਕਿ ਜਿੱਥੇ ਮਤਲਬ ਜਿੱਦਾਂ ਹੁਣ ਕਿਸਾਨ ਯੂਨੀਅਨ ਵਾਲੇ ਵੀ ਇਹ ਨੁਕਤਾ ਉਠਾ ਰਹੇ ਆ ਕਿ ਮਤਲਬ ਆਪਣੇ ਤੌਰ ਦੇ ਉੱਪਰ ਐਲਾਨ ਕਰ ਦਿੱਤਾ ਵੀ ਕਿਸੇ ਦੇ ਨਾਲ ਸਲਾਹ ਮਸ਼ਵਰੇ ਜਾਂ ਲੋਕਾਂ ਦੀ ਰਾਏ ਦੇ ਨਾਲ ਉਹ ਫੈਸਲਾ ਜਿਹੜਾ ਉਹ ਲਾਗੂ ਕਰਨ ਦੀ ਗੱਲ ਜਿਹੜੀ ਆ ਉਹ ਨਹੀਂ ਕੀਤੀ ਗਈ। ਇਸ ਤਰੀਕੇ ਦੇ ਨਾਲ ਇਹ ਗੱਲ ਵਾਪਰ ਰਹੀ। ਬਾਕੀ ਇਹ ਹੈਗਾ ਆ ਕਿ ਜਿਹੜੀ ਜੇਕਰ ਆਪਾਂ ਬਿਲਕੁਲ ਸੰਖੇਪ ਦੇ ਵਿੱਚ ਅਖੀਰ 'ਚ ਆਪਣੇ ਇਸ ਮੁੱਦੇ ਬਾਰੇ ਗੱਲ ਕਰਨੀ ਹੋਵੇ ਤਾਂ ਇਹ ਗੱਲ ਜ਼ਰੂਰ ਹੈਗੀ ਹੈ ਕਿ ਇਹਨੇ ਇਹ ਗੱਲ ਦਰਸਾ ਦਿੱਤੀ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਸੇ ਵੀ ਸਟਰਗਲ ਦੇ ਵਿੱਚ ਜਾਂਦੇ ਹੋ ਤੇ ਇਹ ਜਿਹੜਾ ਕੋਆਰਡੀਨੇਟਡ ਇੱਕ ਵਿਉਂਤਬੱਧ ਸੰਗਠਿਤ ਹਮਲਾ ਹੈਗਾ ਆ ਇਹ ਕਿੰਨੇ ਪ੍ਰਚੰਡ ਰੂਪ ਦੇ ਵਿੱਚ ਹੁੰਦਾ ਆ। ਇਹ ਗੱਲ ਮਤਲਬ ਮੈਂ ਦੁਬਾਰਾ ਫੇਰ ਦੁਹਰਾਓ ਦੇ ਤੌਰ ਤੇ ਉੱਪਰ ਕਹਿਣੀ ਚਾਹੁੰਦਾ, ਇਹਦੇ ਨਾਲ ਇਸ ਗੱਲ ਦੀ ਬਹੁਤ ਜ਼ਿਆਦਾ ਖਦਸ਼ੇ ਵਧੇ ਹੈ ਕਿ ਜਿਹੜੀ ਇੰਡੀਅਨ ਗਵਰਨਮੈਂਟ ਨੇ ਸੋਸ਼ਲ ਮੀਡੀਆ ਨੈਟਵਰਕਿੰਗ ਹੱਬ ਦਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਖਤਰਨਾਕ ਪਲਾਨ ਬਣਾਇਆ ਸੀਗਾ ਔਰ ਜਿਹੜਾ ਵਿਰੋਧ ਦੇ ਬਾਅਦ 3 ਸਾਲ ਪਹਿਲਾਂ ਡ੍ਰੌਪ ਕਰ ਦਿੱਤਾ ਗਿਆ ਸੀ। ਮੈਨੂੰ ਇਸ ਗੱਲ ਦਾ ਪੂਰਾ ਖਦਸ਼ਾ ਹੈਗਾ ਕਿ ਇਹ ਜੋ ਰਿਪੋਰਟ ਸਾਹਮਣੇ ਆਈ ਹੈ ਇਹਨਾਂ ਅਕਾਊਂਟਸ ਦਾ ਉਸ ਹੱਬ ਦੇ ਰਿਵਾਈਵਲ ਦੇ ਨਾਲ ਕੁਛ ਨਾ ਕੁਛ ਲੈਣਾ ਦੇਣਾ ਜ਼ਰੂਰ ਹੈ। ਬਿਲਕੁਲ, ਔਰ ਇਹ 80 ਦੀ ਜਗ੍ਹਾ ਤੇ ਇਹ ਜਿਹੜੇ ਹੈ 800 ਵੀ ਹੋ ਸਕਦੇ ਏਦਾਂ ਦੇ ਖਾਤੇ ਬਿਲਕੁਲ ਹੋ ਸਕਦੇ ਜੀ। ਸਰਦਾਰ ਪਰਮਜੀਤ ਸਿੰਘ ਗੱਜ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਔਰ ਰੇਡੀਓ ਇੰਡੀਆ ਦੇ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਇਸ ਮੁੱਦੇ ਤੇ ਸਾਂਝੇ ਕੀਤੇ। ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਸਾਡੇ ਪ੍ਰੋਗਰਾਮ ਵਿਚਾਰ ਚਰਚਾ ਦਾ ਹਿੱਸਾ ਬਣਦੇ ਰਹੋਗੇ। ਇੱਕ ਵਾਰ ਫਿਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ